सतनाम वाहिगुरु साहिब जियो। बिलावल महला पंजवा। सुख निधान प्रीतम प्रभ मेरे, अगनत गुण ठाकुर प्रभ तेरे। सुख निधान प्रीतम प्रभ मेरे, अगनत गुण ठाकुर प्रभ तेरे। मोह अनाथ तुमरी शरणाई, कर कृपा हर चरण ते आई। दया करो बसो मन आए, मोह निर्गुण लीचै लड़ लाए। रहा प्रभ चित आवै तां कैसी भीड़, हर सेवक नाहि जम पीड़। सर्ब दुख हर सिमरत नसे, जा कै संग सदा प्रभ बसै। प्रभ का नाम मन तन आधार, बिसरत नाम होवत तन छार। प्रभ चित आए पूरन सब काज, हर बिसरत सब का मोहताज। चरण कमल संग लागी प्रीत, बिसर गई सब दुर्मत रीत। मन तन अंतर हर हर मंत, नानक भगतन कै कर सदा आनंद। चरण कमल संग लागी प्रीत, बिसर गई सब दुर्मत रीत। मन तन अंतर हर हर मंत, नानक भगतन कै कर सदा आनंद। वाहिगुरु जी का खालसा, वाहिगुरु जी की फतेह। जुगो जुग अटल तन तन गुरु ग्रंथ साहिब जी। गुरु पातशाह जी की अपार बख्शिश, शाम समय संगत दियां कड़ियां असी माण रहे हैं। गुरबाणी की लड़ीवार व्याख्या विच बिलावल राग दे गुरु अर्जन साहब द्वारा उच्चारण किए गए शब्दों को विचारण का समा सानू प्राप्त आ। जो शब्द आपने सरवण किया है, बीते विच इहदी विचार असी प्रारंभ की सी। खास करके रहाओ का बंद बाविस्तार विचारिया। अज भी एक सरसरी नज़र रहाओ के बंद ते है। दैन जो बाकी सारा शब्द बचता सी, उहदी विवेचना करांगे। गुरुदेव गुरु अर्जन साहब जो जिक्र कर रहे हैं, दया करो बसो मने आए, मोह निर्गुण लीजै लड़ लाए। अरदास है, अरदास है उस परम ईश्वरी सता अगे, उस हस्ती अगे जो जर्रे जर्रे च जरखेज है, जिहदी मौजूदगी है, जिहदे करके असी हाँ, जिहदे विचों आए हैं, जिहदे विच अमा जाना है। पर उहदी ही बनाई खेड विच असी अवेयर नहीं गए। सो इत्थे एक मंग की गई है, हे मालक मेरे हिरदे च तेरा पै भाव आवे, मैं इहदे बाबत अवेयर हो सका। मैनूं महसूस होए मैं तेरी अंश बंसा, जिन्होंने बाबा कबीर जी ने कहा सीगा, कहो कबीर यह राम की अंश, मैं रब दी अंश हाँ, मैं तेरे विचों आया, मैं तेरा ही असल दे विच रूप हाँ, तेरी ही आभा नूं मंडित हो रहा हाँ। दया करो बसो मने आए, मेरे मन विच इस तरह वस जा के। ये अकाल पुरख वाहिगुरू दा भय मंगण दी गल है, उहदे निर्मल डर विच रहण दी गल है। ये गल है अपने आप नूं उस जगह ते लैके जाण दी, जिथे बंदे दी जीवन दे हर अमल दे विच अकाल पुरख जी परिपूर्ण जी उहदी आभा होए, उहदा प्रभाव होए,
ਉਹਦਾ ਨਿਰਮਲ ਭਏ ਹੋਏ। ਮੋਹਿ ਨਿਰਗੁਣ ਲੀਜੈ ਲੜ ਲਾਏ, ਫਿਰ ਮੰਗੇ ਵੀ ਏ ਮੇਰੇ 'ਚ ਕੋਈ ਖੂਬੀ ਨਹੀਂ ਗਈ। ਮੈਂ ਕਿਸੇ ਖੂਬੀ ਨੂੰ ਸਾਹਮਣੇ ਰੱਖ ਕੇ ਕਹਾਂ ਕਿ ਦਾਤਾ ਦੇਖ ਮੈਂ ਇਹਨਾਂ ਗੁਣਾਂ ਦਾ ਮਾਲਕ ਹਾਂ, ਮੇਰੇ ਕੋਲੇ ਖਾਸੀਅਤ ਆ। ਜਿਵੇਂ ਸਭ ਨੇ ਲਿਟਰਲੀ ਤੌਰ 'ਤੇ ਸ਼ਬਦ ਪੜ੍ਹਦੇ ਹਾਂ ਮੰਗਲਾਚਰਨ 'ਚ ਅਕਸਰ, ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਮੇਰੇ ਕੋਲ ਗਿਆਨ ਕੋਈ ਨਹੀਂ, ਧਿਆਨ ਵੀ ਕੋਈ ਨਹੀਂ, ਮੇਰੇ ਕੋਲ ਚੰਗੇ ਕਰਮਾਂ ਦੀ ਵੀ ਪੂੰਜੀ ਨਹੀਂ ਗਈ, ਪਰ ਫਿਰ ਅਰਦਾਸ ਆ ਮੈਨੂੰ ਆਪਣੇ ਲੜ ਲਾ ਲੈ। ਇਹ ਅਹਿਸਾਸ ਗੁਰੂ ਸਾਹਿਬ ਤੇ ਭਗਤ ਸਾਹਿਬਾਨ ਆਪਣੇ ਤੇ ਟੁਕਾ ਕੇ ਸਾਨੂੰ ਦਰਸਾ ਰਹੇ ਨੇ ਕਿ ਬੰਦੇ ਇਹ ਜਿਹਨੂੰ ਅਸੀਂ ਅੱਜ ਦੀ ਲੈਂਗੁਏਜ 'ਚ ਸਪਿਰਿਚੁਅਲਿਟੀ ਕਹਿੰਦੇ ਹਾਂ, ਇਹਦਾ ਜਿਹੜਾ ਪਹਿਲਾ ਬੇਸਿਕ ਰੂਲ ਆ ਉਹ ਹੰਬਲਨੈਸ ਹੈ, ਹਲੀਮੀ ਹੈ, ਨਿਮਰਤਾ ਆ, ਡਾਊਨ ਟੂ ਅਰਥ ਹੋਣਾ ਆ, ਜੋ ਅਕਸਰ ਅਸੀਂ ਬਿਲਕੁਲ ਹੀ ਵਸਾਰ ਦਿੰਦੇ ਹਾਂ। ਇੱਥੇ ਕਿਹਾ ਮਾਣ ਹੁੰਦਾ ਹੋਏ ਨਿਮਾਣਾ, ਤਾਣ ਹੁੰਦਾ ਹੋਏ ਨਿਤਾਣਾ। ਬੜਾ ਮਾਨ ਮਨੋਵਰ ਵੀ ਹੋਏ ਫਿਰ ਨਿਮਾਣਾ ਹੋਏ, ਬੜਾ ਤਾਨ ਵੀ ਹੋਏ ਫਿਰ ਨਤਾਣਾ ਹੋਏ। ਗੁਰੂ ਅਰਜਨ ਸਾਹਿਬ ਤੋਂ ਸਰੀਖੀ ਰੂਹ ਕੌਣ ਹੋਏਗੀ? ਗੁਣਾਂ ਦੇ ਮੁਜੱਸਮ ਨਸਲ ਦੇ ਵਿੱਚ, ਪਰ ਕਹਿੰਦੇ ਮੋਹਿ ਨਿਰਗੁਣ, ਮੈਂ ਕੁਝ ਵੀ ਨਹੀਂ ਗਾ। ਕਿਆ ਲੀਜੈ ਲੜ ਲਾਏ, ਮੈਨੂੰ ਆਪਣੇ ਲੜ ਲਾ ਲੈ ਦਾਤਾ, ਮੈਨੂੰ ਤਰਸ ਕਰ ਮੇਰੇ ਉੱਤੇ, ਮੈਨੂੰ ਆਪਣੇ ਰਾਹ ਤੇ ਤੁਰਨ ਦੀ ਸ਼ਕਤੀ ਤੇ ਸਮਰੱਥਾ ਦੇ। ਇਹ ਰਹਾ ਹੋਇਆ ਇਹਦਾ ਜੋ ਸ਼ੁਰੂਆਤੀ ਪਦਾ ਹੈ ਜਿਹਦੇ 'ਚ ਸਾਹਿਬ ਜ਼ਿਕਰ ਕਰ ਰਹੇ ਸੀਗੇ ਕਿ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਅਗਣਤ ਗੁਣ ਠਾਕੁਰ ਪ੍ਰਭ ਤੇਰੇ। ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਕਰਤਾਰ ਦਾ ਨਾਮ, ਰੱਬ ਦਾ ਨਾਮ, ਉਸ ਈਸ਼ਵਰੀ ਸਤਾ ਦਾ ਨਾਮ ਸੁਖ ਨਿਧਾਨ ਹੈ। ਤੇ ਗੁਰੂ ਸਾਹਿਬ ਦੀ ਬਾਣੀ 'ਚ ਅਸੀਂ ਅਕਸਰ ਇਹੋ ਜਿਹੇ ਸ਼ਬਦ ਲਗਾਤਾਰ ਪੜ੍ਹਦੇ ਹਾਂ ਜਿਹ 'ਚ ਬਾਬਾ ਜੀ ਬਿਆਨ ਕਰਦੇ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ, ਜਾਂ ਸਭ ਸੁਖ ਦਾਤਾ ਰਾਮ ਹੈ ਦੂਸਰ ਨਾ ਹਨ ਕੋਏ। ਸੁਖਾਂ ਦਾ ਨਿਧਾਨ, ਸੁਖਾਂ ਦਾ ਖਜ਼ਾਨਾ ਰੱਬ ਹੈ। ਹੁਣ ਉਹ ਰੱਬ ਸੁਖਾਂ ਦਾ ਖਜ਼ਾਨਾ ਹੈ, ਰੱਬ ਦਾ ਨਾਮ ਸੁਖਾਂ ਦਾ ਖਜ਼ਾਨਾ ਹੈ। ਇਸ ਨੂੰ ਠੀਕ ਹੈ ਇੱਕ ਵਿਚਾਰ ਦੇ ਤੌਰ 'ਤੇ, ਇੱਕ ਫਿਲੋਸਫੀਕਲ ਰਾਏ ਥਾਟ ਦੇ ਤੌਰ 'ਤੇ ਬੰਦਾ ਪੜ੍ਹ ਸਕਦਾ, ਸੁਣ ਸਕਦਾ, ਪਰ ਪ੍ਰੈਕਟੀਕਲੀ ਕਿਵੇਂ ਹੈ ਇਹ ਵੀ ਚੀਜ਼ ਕਈ ਵਾਰੀ ਆਉਂਦੀ ਹੈ। ਇਹਨੂੰ ਇਸ ਤਰ੍ਹਾਂ ਜਾਣੀਏ, ਸੁਖ ਨਿਧਾਨ, ਦੁੱਖ ਨਾ ਹੈ ਵਕਾਰ ਦਾ, ਦੁੱਖ ਨਾ ਹੈ ਜੀਵਨ ਦੇ ਜੋ ਅਮਲ ਬਣਦੇ ਨੇ ਉਹਦੇ ਤੋਂ ਲੋਅਰ ਲੈਵਲ 'ਤੇ ਕੰਮ ਕਰਨੇ ਆ ਕੇ, ਇਹ ਦੁੱਖ ਹੈ। ਜੇ ਬੰਦਾ ਰੱਬ ਦੇ ਭੈ ਵਿੱਚ ਹੈ ਤੇ ਡੈਫੀਨੇਟਲੀ ਵਕਾਰਾਂ ਤੋਂ ਪਰਹੇਜ਼ਗਾਰ ਹੋਏਗਾ। ਉੱਥੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹਦੀ ਛਾਇਆ ਨਹੀਂ ਹੋਏਗੀ, ਇਹਦਾ ਪਰਛਾਵਾਂ ਨਹੀਂ ਹੋਏਗਾ। ਸੁਖ ਨਿਧਾਨ, ਇੱਥੋਂ ਸੁਖ ਆਏਗਾ। ਅਦਰਵਾਈਜ਼ ਬੰਦੇ ਦੀ ਜ਼ਹਿਨੀਅਤ ਦੇ ਵਿੱਚ, ਜਿਵੇਂ ਕਾਫੀ ਸਾਲ ਪਹਿਲਾਂ ਮੈਂ ਪੈਸੀਫਿਕ ਸਾਈਡ ਸੀਗਾ ਅਤੇ ਉੱਥੇ ਸੀ ਇੱਕ ਬੱਚਿਆਂ ਦਾ ਛੋਟਾ ਜਿਹਾ ਕੈਂਪ ਔਰਗੇਨਾਈਜ਼ ਕੀਤਾ ਸੀ, ਅਤੇ ਇੱਕ ਗੋਰਾ ਅਮੈਰੀਕਨ ਸਿੱਖ ਆ ਗਿਆ ਉੱਥੇ। ਉਹ ਬਾਈ ਚਾਂਸ ਕਿਤੇ ਆਇਆ ਅਤੇ ਉਹ ਵਿਜ਼ਿਟ ਕਰਨ ਸੀ ਵੈਸੇ ਕਿਤੇ, ਅਤੇ ਉਹਨੂੰ ਪਤਾ ਲੱਗਾ ਇੱਥੇ ਕੋਈ ਕੈਂਪ ਚੱਲ ਰਿਹਾ, ਉਹ ਆ ਗਿਆ ਕੈਂਪ 'ਚ। ਅਸੀਂ ਉਹਨੂੰ ਇਨਵਾਈਟ ਕੀਤਾ। ਹੁਣ ਡੈਫੀਨੇਟਲੀ ਇੱਕ ਵਾਈਟ ਕਮਿਊਨਿਟੀ ਦਾ ਬੰਦਾ, ਉਹ ਵੀ ਸਿੱਖੀ ਰੂਪ ਦੇ ਵਿੱਚ ਆ ਅਤੇ ਬੜਾ ਸਿੱਖੀ ਦੇ ਨਾਲ ਅੰਗੇਜਡ ਆ, ਉਹਦਾ ਪ੍ਰਭਾਵ ਪਏਗਾ। ਖੈਰ ਉੱਥੇ ਖੂਬ ਉਹਨੇ ਉਸ ਕੈਂਪ ਨੂੰ ਵੀ ਇੰਜੋਏ ਕੀਤਾ, ਸੰਗਤ ਨੂੰ ਵੀ ਇੰਜੋਏ ਕੀਤਾ, ਗੱਲਾਂ ਬਾਤਾਂ ਹੋਈਆਂ ਉਹਦੇ ਨਾਲ। ਅਤੇ ਉਹਨੂੰ ਪੁੱਛਿਆ ਵੀ ਆਖਿਰਕਾਰ ਇਹ ਬਾਤ ਹੋਈ ਤੇ ਹੋਈ ਕਿਵੇਂ? ਮਤਲਬ ਅਸੀਂ ਕਈ ਵਾਰੀ ਵੀ ਸੋਚਦੇ ਹਾਂ ਕਿ ਜਿਹੜੇ ਲੋਕ ਐਵੇਂ ਆਉਂਦੇ ਨੇ ਵਕਤੀ ਤੌਰ 'ਤੇ ਆਉਂਦੇ ਨੇ, ਜਾਂ ਉਹ ਸਮ ਸੋਰਟ ਆਫ ਜਸਟ ਟੇਸਟ ਹੀ ਲੈ ਰਹੇ ਹੁੰਦੇ ਨੇ ਚੀਜ਼ਾਂ ਦਾ ਕਿ ਇੱਥੇ ਕੀ ਹੈ, ਇੱਥੇ ਕੀ ਹੈ। ਜਦੋਂ ਉਹਦੀ ਸਟੋਰੀ ਸੁਣੀ, ਉਹਦੀ ਬਾਤ ਸੁਣੀ ਤਾਂ ਬਿਲਕੁਲ ਡਿਫਰੈਂਟ ਸੀ। ਉਹ ਕਹਿੰਦਾ ਵੀ ਗੱਲ ਇਹ ਹੈ ਕਿ ਮੈਂ ਐਡਿਕਸ਼ਨ ਨਾਲ ਡੀਲ ਕਰ ਰਿਹਾ ਸੀਗਾ, ਅਤੇ ਐਡਿਕਸ਼ਨ ਵੀ ਇਹ ਸੀਗਾ ਕਿ ਬੜਾ ਮਤਲਬ ਇੱਕ ਤਰ੍ਹਾਂ ਦੇ ਨਾਲ ਇੱਕ ਸਲੀਪਿੰਗ ਡੈਵਲ ਦੀ ਤਰ੍ਹਾਂ ਮੇਰੇ ਕੋਲ ਆ ਗਿਆ। ਕੰਮਕਾਰ 'ਤੇ ਸੀਗਾ, ਬਾਏ ਪ੍ਰੋਫੈਸ਼ਨ ਸ਼ਾਇਦ ਇੰਜੀਨੀਅਰ ਸੀਗਾ, ਕੈਲੀਫੋਰਨੀਆ ਤੋਂ ਉਹਦਾ ਬੈਕਗਰਾਊਂਡ ਸੀ। ਅਤੇ ਉਹ ਕਹਿੰਦਾ ਵੀ ਕੰਮਕਾਰ ਚੱਲ ਰਿਹਾ ਪਰ ਸਟਰੈਸ ਬੜਾ, ਸਟਰੈਸਫੁਲ ਕੰਮਕਾਰ ਆ, ਅਤੇ ਉਹ ਸਾਰੇ ਤੋਂ ਨਿਪਟਣ ਵਾਸਤੇ ਅਲਕੋਹਲ ਡੈਫੀਨੇਟਲੀ ਛੋਟੇ ਹੁੰਦਿਆਂ ਤੋਂ ਉਹ ਸਾਡੇ ਨਾਲ ਸੀਗੀ, ਅਤੇ ਉਹਦਾ ਇਨਟੇਕ ਵੱਧਦਾ ਲਗਾ ਗਿਆ। ਹੁਣ ਜਦੋਂ ਵੱਧਦਾ ਲਗਾ ਗਿਆ
ਤੇ ਉਸਨੇ ਮੇਰੀ ਹੈਲਥ ਨੂੰ ਤੇ ਖਰਾਬ ਕਰਨਾ ਹੀ ਕਰਨਾ ਸੀਗਾ, ਨਾਲ ਦੀ ਨਾਲ ਮੇਰੀ ਫਾਈਨੈਂਸ਼ੀਅਲ ਸਿਚੁਏਸ਼ਨ ਵੀ ਖਰਾਬ ਹੋਣੀ ਸ਼ੁਰੂ ਹੋ ਗਈ ਤੇ ਟੌਪ ਆਫ ਦੈਟ ਮੇਰੇ ਕੰਮ ਤੇ ਡਿਸਟਰਬੈਂਸ ਹੋ ਗਈ। ਹੁਣ ਜਦੋਂ ਕੰਮ ਤੇ ਡਿਸਟਰੈਕਸ਼ਨ ਕ੍ਰੀਏਟ ਹੋਈ, ਮੇਰੇ ਮਤਲਬ ਸਪੋਜ਼ ਕਰੋ ਜਿਹੜੇ ਨਾਲ ਕੰਮ ਕਰਦੇ ਕੁਲੀਗ ਸੀਗੇ, ਉਹਨਾਂ ਨੇ ਅਲਕੋਹਲ ਸਮੈਲ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਵੀ ਇਹ ਤੇ ਪੀ ਕੇ ਆ ਰਿਹਾ। ਕਈ ਵਾਰ ਉਹ ਪੀਤੀ ਨਹੀਂ ਹੁੰਦੀ ਸੀ, ਰਾਤ ਦੀ ਬਹੁਤ ਜ਼ਿਆਦਾ ਕਹਿੰਦਾ ਮੈਂ ਓਵਰ ਡਰਿੰਕ ਹੁੰਦਾ ਸੀ। ਸੋ ਸਾਰੇ ਨਾਲ ਮਸਲਾ ਖੜਾ ਹੋਣਾ ਸ਼ੁਰੂ ਹੋ ਗਿਆ। ਸੇਮ ਬਿਲਡਿੰਗ ਦੇ ਵਿੱਚ ਇੱਕ ਸ਼ਖਸ ਜੋ ਸਿੱਖੀ ਸਰੂਪ ਵਿੱਚ ਵੀ ਹੈ ਤੇ ਵੈਸੇ ਵੀ ਗੁਰਦੁਆਰੇ ਆਉਂਦਾ ਜਾਂਦਾ ਹੋਣਾ, ਉਹ ਸ਼ਖਸ ਹੈ ਤੇ ਉਹ ਆਲਮੋਸਟ ਕਹਿੰਦਾ ਹਰ ਰੋਜ਼ ਹੀ ਮਿਲਣਾ ਹੁੰਦਾ। ਲਿਫਟ ਵਿੱਚ ਅਸੀਂ ਕਦੀ ਜਾਂਦੇ ਹੋਏ ਕਦੀ ਆਉਂਦੇ ਹੋਏ ਮਿਲਦੇ ਹਾਂ। ਅੱਜ ਜਦੋਂ ਬਾਈ ਚਾਂਸ ਹੋਇਆ ਇਹ ਕਿ ਮੈਂ ਜਦੋਂ ਕੰਮ ਤੋਂ ਨਿਕਲਿਆ ਤੇ ਲਿਫਟ 'ਚ ਖੜਾ ਤੇ ਉਹ ਵੀ ਮੇਰੇ ਨਾਲ ਖੜਾ, ਹਾਏ ਹੈਲੋ ਹੋਈ ਹੈ, ਅਸੀਂ ਇੱਕ ਦੋ ਗੱਲਾਂ ਕੀਤੀਆਂ ਨੇ। ਐਂਡ ਸਮ ਹਾਓ ਉਹਨੇ ਮੇਰੇ ਹਾਵ ਭਾਵ ਦੇਖੇ, ਚਿਹਰਾ ਮੋਹਰਾ ਦੇਖਿਆ। ਉਹਨੇ ਮੈਨੂੰ ਪੁੱਛਿਆ ਵਾਰ ਯੂ ਓਕੇ? ਕਹਿੰਦਾ ਸਮ ਹਾਓ ਆਈ ਵਾਜ਼ ਏਬਲ ਟੂ ਸੇ ਨੋ ਆਈ ਐਮ ਨੋਟ ਓਕੇ। ਜਦੋਂ ਇਹ ਗੱਲ ਕਹੀ ਤਾਂ ਮੇਰੇ ਨਾਲ ਥੋੜ੍ਹਾ ਬਾਹਰ ਆਏ, ਗੱਲਾਂ ਬਾਤਾਂ ਕਰਨ ਲੱਗ ਗਿਆ। ਦੋ ਚਾਰ ਗੱਲਾਂ ਹੋਈਆਂ। ਉਹ ਕਹਿੰਦਾ ਕਿ ਆਈ ਹੈਵ ਬਿਗ ਮੈਸ, ਮੇਰੀ ਫੈਮਿਲੀ ਲਾਈਫ ਦੀ ਟਰਬਲ ਆ, ਮੇਰੀ ਫਾਈਨੈਂਸ਼ੀਅਲ ਲਾਈਫ ਟਰਬਲ ਆ, ਹੁਣ ਮੇਰੇ ਕੰਮ 'ਤੇ ਅੱਜ ਬੌਸ ਨੇ ਮੇਰੇ ਨਾਲ ਆ ਕਹਿ ਤਾ। ਇਹੋ ਜਿਹੀਆਂ ਗੱਲਾਂ ਬਾਤਾਂ ਹੋਈਆਂ। ਲੌਂਗ ਸਟੋਰੀ ਸ਼ਾਰਟ ਕਹਿੰਦਾ ਕਿ ਉਹਨੇ ਕਿਹਾ ਛੱਡ ਪਰਾਂ ਤੂੰ, ਇਹ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਰੱਬ ਦੇ ਨਾਮ ਨਾਲ ਹੁੰਦਾ ਹੈ। ਆਮ ਗੋਇੰਗ ਟੂ ਵਿਜ਼ਿਟ ਮਾਈ ਟੈਂਪਲ ਔਰ ਯੂ ਕੈਨ ਸੇ ਚਰਚ, ਗੁਰਦੁਆਰਾ ਕਹਿ ਲਓ ਉਸ ਰੂਪ ਦੇ ਵਿੱਚ। ਐਂਡ ਇਫ ਯੂ ਵਾਂਟ ਟੂ ਜੁਆਇਨ ਔਰ ਗਿਵ ਮੀ ਕੰਪਨੀ ਇਟ ਵਿਲ ਬੀ ਮਾਈ ਪਲੈਜ਼ਰ, ਲੈਟਸ ਗੋ ਦੇਅਰ। ਉਹ ਕਹਿੰਦਾ ਠੀਕ ਹੈ ਜੀ। ਮੈਂ ਉਹਦੇ ਨਾਲ ਚਲਾ ਗਿਆ, ਉੱਥੇ ਚਲਾ ਗਿਆ। ਪਹਿਲੀ ਵਾਰੀ ਮੈਂ ਕਿਸੇ ਜਗ੍ਹਾ 'ਤੇ ਹੁਣ ਜਾਏ ਬੰਦੇ 'ਚ ਬੰਦਾ ਥੋੜ੍ਹਾ ਕਿਊਰੀਅਸ ਵੀ ਹੁੰਦਾ, ਕੀ ਹੁੰਦਾ ਇੱਥੇ, ਕਿਸ ਰੂਪ ਦੇ ਵਿੱਚ ਹੁੰਦਾ। ਕਹਿੰਦੇ ਦੇ ਵਰ ਵੈਰੀ ਵੈਲਕਮ, ਪੀਪਲ ਵਰ ਵੈਰੀ ਵੈਲਕਮ ਐਂਡ ਦੇਰ ਵਰ ਸੋ ਮੈਨੀ ਥਿੰਗਸ ਆਰ ਹੈਪਨਿੰਗ ਲਾਈਕ ਲੰਗਰ ਐਂਡ ਆਲ ਦੈਟ। ਆਈ ਸਪੈਂਡ ਆਲਮੋਸਟ 1.5 ਆਵਰ। ਕਹਿੰਦਾ ਉਨੀ ਦੇਰ ਤੱਕ ਉਹ ਸੱਜਣ ਵੀ ਮੈਨੂੰ ਕਹਿੰਦਾ ਵੀ ਹੁਣ ਸਾਡੇ ਜਾਣ ਦਾ ਟਾਈਮ ਹੋ ਗਿਆ। ਖੈਰ ਉਹ ਆਪਾਂ ਦੋਵੇਂ ਜਣੇ ਜਿਹੜਾ ਹੈਗਾ ਉੱਥੋਂ ਬਾਹਰ ਨਿਕਲੇ। ਮੈਂ ਆਪਣੇ ਘਰੇ ਆ ਗਿਆ, ਆਪਣੀ ਅਪਾਰਟਮੈਂਟ 'ਚ ਸੁੱਤਾ। ਸਵੇਰੇ ਟਾਈਮ ਨਾਲ ਉੱਠਿਆ, ਕੰਮ 'ਤੇ ਚਲਾ ਗਿਆ। ਅੱਜ ਮੇਰੀ ਮੂਡ ਵੀ ਠੀਕ ਹੈ, ਮੇਰੀ ਵਰਕ ਪਰਫਾਰਮੈਂਸ ਵੀ ਠੀਕ ਹੈ। ਮੇਰੇ ਪਹਿਲੇ ਨਾਲੋਂ ਮੈਂ ਥੋੜ੍ਹਾ ਬੈਟਰ ਫੀਲ ਕਰਦਾ। ਕਹਿੰਦਾ ਬਸ ਹੋਇਆ ਕਿ ਨੈਕਸਟ ਡੇ ਹੁਣ ਲਿਫਟ 'ਚ ਮੈਂ ਉਹਦੀ ਵੇਟ ਕਰਦਾ। ਫਿਰ ਆਪਾਂ ਉਵੇਂ ਟਾਈਮ ਸਪੈਂਡ ਕੀਤਾ। ਇਸ ਤਰੀਕੇ ਨਾਲ ਕਰਦਿਆਂ ਕਹਿੰਦਾ ਗਾਲਬਨ ਕੋਈ 2 ਜਾਂ 3 ਵੀਕਾਂ ਗੁਜ਼ਰੀਆਂ ਹੋਣਗੀਆਂ। ਉਹ 2-3 ਵੀਕਾਂ ਤੋਂ ਬਾਅਦ ਮੈਂ ਦੇਖਿਆ ਮੇਰਾ ਪੇ ਚੈੱਕ ਵੀ ਜਿਹੜਾ ਹੈਗਾ ਉਹ ਵੀ ਬੈਂਕ 'ਚ ਸਿੱਧਾ ਗਿਆ ਆ। ਮੇਰੇ ਐਕਸਪੈਂਸਿਸ ਘਟ ਗਏ ਨੇ, ਮੇਰੇ ਕੰਮ ਦੀ ਪਰਫਾਰਮੈਂਸ ਬੈਟਰ ਹੋ ਗਈ ਹੈ, ਮੇਰੀ ਹੈਲਥ ਬੜੀ ਠੀਕ ਹੋ ਗਈ ਹੈ ਪਹਿਲੇ ਨਾਲੋਂ। ਕਹਿੰਦਾ ਬਸ ਇਹ ਸਾਰੇ ਦੇ ਵਿੱਚੋਂ ਮੈਨੂੰ ਮਹਿਸੂਸ ਹੈ ਕਿ ਵਾਓ, ਮੈਂ ਕਿਉਂ ਨਾ ਇਹੀ ਜ਼ਿੰਦਗੀ ਜੀ ਕੇ ਵੇਖ ਲਵਾਂ। ਕਹਿੰਦਾ ਇੱਥੋਂ ਮੇਰੀ ਫਿਰ ਇਹ ਸਾਰੇ ਦੀ ਸਾਰੀ, ਅਸੀਂ ਉਹਨੂੰ ਲੋਕਾਂ ਨੂੰ ਕਈ ਵਾਰ ਕਹਿੰਦੇ ਵੀ ਹਾਊ ਡੂ ਯੂ ਕਨਵਰਟ ਇਨ ਟੂਵਰਡ ਸਿੱਖੀ। ਉਹ ਕਹਿੰਦਾ ਡੋਂਟ ਸੇ ਕਨਵਰਜਨ ਇਜ਼ ਅ ਵੈਰੀ ਨੈਗੇਟਿਵ ਵਰਡ। ਯੂ ਸ਼ੁਡ ਸੇ ਹਾਊ ਦਿਸ ਸਿੱਖੀ ਟਰਾਂਸਫਰਡ ਮਾਈ ਲਾਈਫ। ਇਹਨੇ ਮੇਰੀ ਲਾਈਫ ਦੀ ਟਰਾਂਸਫਰਮੇਸ਼ਨ ਕਿਵੇਂ ਕੀਤੀ ਇਹ ਦੇਖੋ ਮੇਰੇ ਤੋਂ। ਸੋ ਇਹ ਚੀਜ਼ ਜਿਹੜੀ ਹੈ ਸੁੱਖ ਨਿਦਾਨ ਹੈ। ਇਹ ਨਾਮ ਉਹਦਾ ਸੁੱਖ ਨਿਦਾਨ ਹੈ। ਇਹ ਰੱਬ ਦਾ ਨਾਂ ਹੈ, ਇਹ ਗੁਰੂ ਦਾ ਪੈ ਹੈ, ਇਹ ਰੱਬ ਦਾ ਪੈ, ਇਹ ਅਸੂਲਣ ਜ਼ਿੰਦਗੀ ਹੈ। ਇਹ ਕਿਤੇ ਵੀ ਕੋਈ ਜੀਏਗਾ ਉਸ ਨੂੰ ਇਸ ਜ਼ਿੰਦਗੀ ਦੇ ਵਿੱਚੋਂ ਸੁੱਖ ਸਕੂਨ ਮਿਲਣਗੇ, ਵਕਾਰ ਘਟਣਗੇ, ਅਲਾਮਤ ਘਟੇਗੀ। ਗੁਰੂ ਸਾਹਿਬ ਕਹਿੰਦੇ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਹੇ ਸਭ ਨੂੰ ਪਿਆਰ ਕਰਨ ਵਾਲੇ, ਹੇ ਪ੍ਰਭੂ ਤੂੰ ਮੈਨੂੰ ਵੀ ਪ੍ਰੀਤ ਕਰਨ ਵਾਲਾ ਹੈ ਤੇ ਮੇਰੇ ਵਾਸਤੇ ਸੁੱਖ ਦਾ ਨਿਧਾਨ ਆ। ਅਗਣਤ ਗੁਣ ਠਾਕੁਰ ਪ੍ਰਭ ਤੇਰੇ, ਬਾਕੀ ਤੇਰੀ ਕਿਸ ਗੁਣ ਦੀ ਗਿਣਤੀ ਕੀਤੀ ਜਾਏ। ਮਤਲਬ ਇਹ ਕਿ ਤੇਰੇ ਗੁਣਾਂ ਦੀ ਕੋਈ ਗਿਣਤੀ ਥੋੜ੍ਹਾ ਹੋ ਸਕਦੀ ਹੈ। ਜੇ ਆਪਾਂ ਅਹਿਸਾਸ ਕਰੀਏ, ਅੱਜ ਦੇ ਸਾਇੰਟੀਫਿਕ ਲੈਵਲ 'ਤੇ ਗੱਲਬਾਤ ਪਾਈ ਜਾਏ, ਮਨੁੱਖ ਨੂੰ ਕੁਦਰਤ ਨੇ ਅਕਲ ਦਿੱਤੀ, ਅਕਲ ਦੇ ਜ਼ਰੀਏ ਨੇ ਬਹੁਤ ਕੁਝ ਚੰਗਾ ਵੀ ਕੀਤਾ। ਹਾਂ, ਬਹੁਤ ਕੁਝ ਗੈਰ ਵਾਜਬ ਜਾਂ ਗੈਰ ਕੁਦਰਤੀ ਵੀ ਕੀਤਾ, ਜਿਹਦੀ ਇਹਨੂੰ ਪਨਿਸ਼ਮੈਂਟ ਵੀ ਮਿਲ ਰਹੀ ਹੈ। ਅੱਜ ਕੁਦਰਤ ਦਾ ਸਿੱਧੇ ਤੌਰ 'ਤੇ ਲਾ ਆ ਕਿ ਉਹ ਇੰਤਕਾਮ ਲੈਂਦੀ ਹੈ, ਜਿਹਦਾ ਸਿੱਧਾ ਸਿੱਟਾ ਗਲੋਬਲ ਵਾਰਮਿੰਗ ਆ। ਅੱਜ ਅਸੀਂ ਵੈਦਰ ਦੀ ਜਿਹੜੀ ਇਤਨੀ ਜ਼ਿਆਦਾ ਹਾਲਤ ਦੇਖ ਰਹੇ ਹਾਂ, ਓਪੋਜ਼ਿਟ ਸਾਈਡ 'ਤੇ ਜਾ ਰਹੀ, ਇਹਦੇ ਵਿੱਚੋਂ ਇਹ ਚੀਜ਼ ਆ ਰਹੀ ਹੈ। ਅੱਜ ਹੀ ਕੈਨੇਡੀਅਨ ਡਾਟਾ ਰਿਲੀਜ਼ ਹੋਇਆ ਅਤੇ ਸਾਡੀ GDP ਇਸ ਮਹੀਨੇ 'ਚ ਲੋ ਆਈ ਥੋੜ੍ਹੀ ਜਿਹੀ। ਉਹਦਾ ਵੱਡਾ ਰੀਜ਼ਨ ਕੋਈ ਹੋਰ ਇੰਡਸਟਰੀਅਲ ਲੈਵਲ 'ਤੇ ਕਿਸੇ ਲੈਵਲ 'ਤੇ ਚੇਂਜਸ ਨਹੀਂ ਹੈਗੇ, ਬਲਕਿ ਐਗਰੀਕਲਚਰ ਦੇ ਅੰਦਰ ਜਿਹੜਾ ਪਿੱਛੇ ਡਰਾਊਟ ਆਇਆ, ਜਿਹੜੇ ਪਿੱਛੇ ਹੀਟ ਵੇਵ ਆਈਆਂ, ਉਹਦਾ
ਇੰਪੈਕਟ ਹੈ ਸਿੱਧੇ ਤੌਰ 'ਤੇ। ਸੋ ਇਹ ਚੀਜ਼ਾਂ ਸਾਡੇ ਸਾਹਮਣੇ ਨੇ ਉਸ ਰੂਪ ਦੇ ਵਿੱਚ। ਮਗਰ ਫਿਰ ਵੀ ਆਪ ਦੇਖੋ ਕਈ ਵਾਰੀ ਚੀਜ਼ਾਂ ਡਾਟਾ ਬੇਸਡ ਅਸੀਂ ਡਿਸਕਸ ਕਰਦੇ ਹਾਂ। ਇੱਕ ਬੁੱਕ ਲਿਖੀ ਹੈ ਟਿਮ ਫਲੰਡਰੀ, ਆਸਟ੍ਰੇਲੀਅਨ ਇਨਵਾਇਰਮੈਂਟਲਿਸਟ ਆ, ਅੱਜ ਕੱਲ੍ਹ ਕੈਨੇਡਾ ਰਹਿੰਦਾ ਹੈ, ਉੱਥੇ ਉਹਨਾਂ ਨੇ ਕੁਝ ਸ਼ਾਇਦ ਬੈਨ ਵਗੈਰਾ ਕਰਤਾ ਉਹਨੂੰ। ਉਹਨੇ ਆਪਣੇ ਕੁਲੀਗ ਨਾਲ ਰਲ ਕੇ ਕਿਤਾਬ ਲਿਖੀ ਵੀ ਆਰ ਦਾ ਵੈਦਰ ਮੇਕਰਸ, ਮਤਲਬ ਅਸੀਂ ਆ ਜਿਨ੍ਹਾਂ ਨੇ ਵੈਦਰ ਨੂੰ ਇਸ ਲੈਵਲ 'ਤੇ ਲਿਆਂਦਾ। ਉਹ ਹਾਲਾਂਕਿ ਸਾਰੀ ਸਾਇੰਟੀਫਿਕ ਡਾਟਾ ਬੇਸਡ ਰਿਸਰਚ ਆ ਉਹਨਾਂ ਦੀ, ਪਰ ਉਹ 'ਚ ਇੱਕ ਜਗ੍ਹਾ ਬੜੀ ਕਮਾਲ ਦੀ ਉਹ ਬਾਤ ਕਰਦਾ। ਉਹ ਕਹਿੰਦਾ ਵੀ ਮੰਨਣਾ ਪਏਗਾ ਵੀ ਕਰਤਾਰ ਦੀ ਕੁਦਰਤ ਦੇ ਵਿੱਚ ਕ੍ਰਿਸ਼ਮਾ ਆ। ਇਸ ਕ੍ਰਿਸ਼ਮੇ ਨੂੰ ਕਰਨ ਵਾਲਾ ਕੋਈ ਵੱਡੀ ਸ਼ਕਤੀ ਹੈ ਜਿਹੜੀ ਜਿਹਦਾ ਇੱਕ ਗੁਣ ਆ ਜਿਹਨੂੰ ਅਸੀਂ ਕਹਿੰਦੇ ਆ ਕੰਪੈਸ਼ਨ ਜਾਂ ਫੋਰਗਿਵਨੈਸ, ਮਾਫ ਕਰਨਾ ਅਤੇ ਤਰਸ ਕਰਨਾ। ਇਹ ਜਿਹੜਾ ਹੈ ਇਹ ਕਰੁਣਾ ਨਿਧਾਨ ਇਸੇ ਕਰਕੇ ਕਿਹਾ ਜਾਂਦਾ ਨਾ ਉਸਨੂੰ। ਇੱਕ ਗੁਣ ਦੀ ਗੱਲ ਕੀਤੀ ਜਾਏ, ਉਹ ਕਹਿੰਦਾ ਅਸੀਂ ਆਸਟ੍ਰੇਲੀਅਨ ਇਨਵਾਇਰਮੈਂਟ ਡਿਪਾਰਟਮੈਂਟ ਵੱਲੋਂ ਜਿਹੜਾ ਹੈ ਜਿੱਥੇ ਪੈਸੀਫਿਕ ਅਤੇ ਦੂਸਰਾ ਇੰਡੀਅਨ ਓਸ਼ਨ ਇੱਕ ਜਗ੍ਹਾ 'ਤੇ ਮਿਲਦੇ ਨੇ ਜਾ ਕੇ, ਉਹਦੇ ਥੱਲੇ ਇੱਕ ਵੱਡਾ ਵਰਲਫੂਲ ਬਣਦਾ ਅਤੇ ਉਹਦੇ ਨਾਲ ਕਹਿੰਦਾ ਕਿ ਉੱਥੇ ਅਸੀਂ ਸਟੱਡੀਜ਼ ਵਾਸਤੇ ਥੱਲੇ ਪੋਲਿਊਸ਼ਨ ਦਾ ਅਤੇ ਖਾਸ ਕਰਕੇ ਪਲਾਸਟਿਕ ਦਾ ਲੈਵਲ ਚੈੱਕ ਕਰਨ ਵਾਸਤੇ ਗਏ ਸਮੁੰਦਰ ਦੀ ਤਲਹਟੀ ਦੇ ਵਿੱਚ, ਡੀਪ ਇਨ ਦ ਸੀ। when we went there all the way deep in the sea and what we found ਵੀ ਬੇਤਹਾਸ਼ਾ ਕਹਿੰਦਾ ਵੀ ਇੱਕ ਵੱਡਾ ਜਿਵੇਂ ਇੱਕ ਮੁਲਕ ਜਿੱਡਾ ਆਈਲੈਂਡ ਹੁੰਦਾ ਨਾ, ਐਡਾ ਵੱਡਾ ਵੱਡੇ ਪਲਾਸਟਿਕ ਦਾ ਅਤੇ ਉਹ ਸਾਰੇ ਮਤਲਬ ਜਿਹੜੀਆਂ ਚੀਜ਼ਾਂ ਜ਼ਹਿਰ ਫੈਲਾ ਸਕਦੀਆਂ, ਟੌਕਸਿਕਸ ਫੈਲਾ ਸਕਦੀਆਂ ਨੇ, ਉਹਨਾਂ ਦਾ ਇੱਕ ਵੱਡਾ ਸਾਨੂੰ ਇੱਥੇ ਉਹ ਸਾਰਾ ਮਲਬਾ ਮਿਲਿਆ, ਜਿਹਦਾ ਅਸੀਂ ਰਿਸਰਚ 'ਚ ਇਹ ਪਤਾ ਕੀਤਾ ਕਿ ਜਿਹੜੀ ਉੱਥੇ ਖਾਸ ਕਰਕੇ ਸਮੁੰਦਰੀ ਜ਼ਿੰਦਗੀ ਹੈ ਅਤੇ ਉਸ ਸਾਰੇ ਦੇ ਉੱਤੇ ਜਿਹੜੀ ਮੈਰੀਨ ਲਾਈਫ ਆ ਉਹਦੇ ਉੱਤੇ ਵੱਡਾ ਇਹਦਾ ਇੰਪੈਕਟ ਹੋਏਗਾ। ਅਸੀਂ 98 ਦੇ ਵਿੱਚ ਕਹਿੰਦਾ ਗਏ ਥੱਲੇ, ਅਸੀਂ ਆ ਕੇ ਆਪਣੀ ਰਿਪੋਰਟ ਗਵਰਨਮੈਂਟ ਨੂੰ ਦਿੱਤੀ, ਕੁਝ ਪਬਲਿਕਲੀ ਛਾਇਆ ਵੀ ਹੋਇਆ ਕੁਝ ਬਹੁਤ ਸਾਰੀਆਂ ਚੀਜ਼ਾਂ, ਅਤੇ ਉਸ ਸਾਰੇ ਦੇ ਮੁਤਾਬਕ ਅਸੀਂ ਕੁਝ ਇਨਕਸਾਫ ਭਵਿੱਖਬਾਣੀਆਂ, ਕੁਝ ਅਸੀਂ ਇਸ ਤਰੀਕੇ ਦੀ ਫੋਰਕਾਸਟ ਵੀ ਕੀਤੀ ਕਿ ਭਾਈ ਆਉਂਦੇ ਸਮੇਂ ਦੇ ਵਿੱਚ ਕੁਝ ਖਾਸ ਜਿਹੜੀ ਮੈਰੀਨ ਲਾਈਫ ਦੀ ਜਿਹੜੀਆਂ ਨਸਲਾਂ ਨੇ, ਜਨਰੇਸ਼ਨਸ ਨੇ, ਜਾਂ ਉਹ ਜਿਹੜੇ ਕ੍ਰੀਚਰਸ ਨੇ, ਦੇ ਆਰ ਨੋਟ ਗੋਨਾ ਬੀ ਐਨੀ ਮੋਰ, they are totally in danger and they might get extinct completely as the toxicity is actually rising over there। ਠੀਕ ਹੈ ਜੀ, ਅਸੀਂ ਉਹ ਸਾਰਾ ਲਿਖਾ ਕੇ ਦੇਤਾ। ਉਸ ਤੋਂ ਬਾਅਦ ਅਸੀਂ ਲਗਾਤਾਰ ਜਾਣਾ ਸੀ, ਕੁਝ ਕਾਰਨ ਕਰਕੇ ਨਾ ਜਾ ਪਾਏ ਸੀ ਕਿ ਵਾਪਸ 4 ਸਾਲ ਬਾਅਦ ਸੇਮ ਪੋਜੀਸ਼ਨ 'ਤੇ ਗਾਰਬੇਜ ਦਾ ਲੈਵਲ ਚੈੱਕ ਕਰਨ ਵਾਸਤੇ, ਸਭ ਚੀਜ਼ਾਂ ਦੇਖਣ ਵਾਸਤੇ। ਕਹਿੰਦਾ ਕਿ ਸਾਡੀ 2 ਚੀਜ਼ਾਂ ਨੇ ਸਾਨੂੰ ਬੜਾ ਸਰਪ੍ਰਾਈਜ਼ ਕੀਤਾ। ਪਹਿਲੀ ਗੱਲ ਤਾਂ ਕਿ ਜਿੰਨਾ ਅਸੀਂ ਐਕਸਪੈਕਟ ਕੀਤਾ ਸੀਗਾ ਕਿ ਇੰਨਾ ਪਲਾਸਟਿਕ ਜਾਂ ਹੋਰ ਚੀਜ਼ਾਂ ਦਾ ਗਾਰਬੇਜ ਉੱਥੇ ਵਧਿਆ ਹੋਏਗਾ, ਉਹਦੇ ਨਾਲੋਂ ਕਈ ਲੈਵਲ ਵੱਧ ਉੱਥੇ ਵੱਧ ਚੁੱਕਾ ਸੀਗਾ। ਐਜ਼ ਵੀ ਐਕਸਪੈਕਟਿੰਗ ਦੇਰ ਵਾਜ਼ ਟੂ ਮਚ ਕੰਪੇਅਰ ਟੂ ਆਵਰ ਐਕਚੁਅਲੀ ਓਨ ਕੈਲਕੂਲੇਸ਼ਨ। ਠੀਕ ਹੈ ਜੀ, ਇੱਕ ਤਾਂ ਚੀਜ਼ ਇਹ ਹੋ ਗਈ। ਦੂਸਰਾ, ਜਿਹੜੀ ਅਸੀਂ ਇਹ ਫੋਰਕਾਸਟ ਕਰ ਰਹੇ ਸੀਗੇ ਕਿ ਕੁਝ ਮੈਰੀਨ ਲਾਈਫ ਹੈ ਜਿਹੜੀ ਬਿਲਕੁਲ ਖਤਮ ਹੋ ਜਾਏਗੀ, ਦੈਟ ਮੈਰੀਨ ਲਾਈਫ ਵਾਜ਼ ਦੇਅਰ, ਆਲਰੇਡੀ ਉੱਥੇ ਸੀ। ਅਸੀਂ ਇਸ ਵੱਲ ਤੋਂ ਬੜੇ ਹੈਰਾਨ ਹੋਏ ਵੀ ਉਹ ਤਾਂ ਇੰਨੇ 'ਤੇ ਸਰਵਾਈਵ ਨਹੀਂ ਕਰ ਸਕਦੀ, ਉਹ ਇਹ ਫਿਰ ਵੀ ਹੈ। ਮੁੜ ਕੇ ਕੁਝ ਬਾਇਓ ਲਾਈਫ ਦੇ ਜਿਹੜੇ ਬਾਇਓਲੋਜੀਕਲ ਸਾਈਡ ਦੇ ਲੋਕ ਹੁੰਦੇ ਨੇ ਉਹ ਇਨਵੋਲਵ ਹੋਏ, ਅਸੀਂ ਉਹਨਾਂ ਨਾਲ ਰਿਸਰਚ ਕਰਵਾਈ, ਕੁਝ ਕ੍ਰੀਚਰ ਉੱਥੋਂ ਫੜੇ ਵੀ ਅਸੀਂ ਲੈ ਕੇ ਆਏ। ਜਦੋਂ ਉਹਨਾਂ ਨੂੰ ਚੈੱਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਮਦਰ ਨੇਚਰ ਨੇ ਕੀਤਾ ਕੀ ਹੈ, ਉਹਨਾਂ ਦੇ ਅੰਦਰ ਕੁਝ ਕੈਮੀਕਲ ਚੇਂਜਸ ਆ ਗਏ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਸਰਵਾਈਵਲ ਰੇਟ ਵੱਧ ਗਿਆ। ਭਾਵ ਜੇ ਉੱਥੇ ਟੌਕਸਿਕਸ ਵਧੇ, ਜੇ ਉੱਥੇ ਪਲਾਸਟਿਕ ਵਧੀ, ਜੇ ਉੱਥੇ ਜ਼ਹਿਰੀਲੇ ਤੱਤ ਵਧੇ, ਕੁਦਰਤ ਨੇ ਉਹਨਾਂ ਨੂੰ ਉਹਨਾਂ ਨਾਲ ਲੜਨ ਦੀ ਸ਼ਕਤੀ ਵੱਧ ਦੇ ਦਿੱਤੀ, ਉਹ ਸਰਵਾਈਵ ਕਰ ਗਏ। ਕਹਿੰਦਾ ਇਸ ਤੋਂ ਪਤਾ ਲੱਗਾ ਵੀ ਮਦਰ ਨੇਚਰ ਇਜ਼ ਫੁੱਲ ਵਿਦ ਕੰਪੈਸ਼ਨ। ਹੁਣ ਆਹ ਜਿਹੜਾ ਇੱਕ ਗੁਣ ਦੀ ਗੱਲ ਕੀਤੀ, ਇਹੋ ਜਿਹੇ ਹਜ਼ਾਰਾਂ ਗੁਣ ਕਰਤਾਰੀ ਹਸਤੀ 'ਚ, ਗਣਗਿਣਤ ਗੁਣ ਕਹਿ ਲਓ। ਇਹਨੂੰ ਗੁਰਬਾਣੀ ਕਹਿੰਦੀ ਤੂੰ ਕਿਸ ਗੁਣ ਦੀ ਸਿਫਤ ਕਰੇਂਗਾ, ਕਿਸ ਗੁਣ ਦੀ ਸਲਾਹ ਕਰੇਂਗਾ ਉਹਦੀ, ਉਹ ਬੜਾ ਬੇਅੰਤੀ, ਤੈਨੂੰ ਨਹੀਂ ਪਤਾ। ਇਸੇ ਕਰਕੇ ਸਾਹਿਬ ਕਹਿੰਦੇ ਸਾਸ ਪ੍ਰਤਿਪਾਲਦਾ। ਇੱਥੇ ਗੁਰੂ ਅਰਜਨ ਸਾਹਿਬ ਬਿਆਨ ਕਰਦੇ ਅਗਣਤ ਗੁਣ ਠਾਕੁਰ ਪ੍ਰਭ ਤੇਰੇ, ਮੋਹਿ ਅਨਾਥ ਤੁਮਰੀ ਸ਼ਰਨਾਈ। ਬਾਕੀ ਮੋਹਿ ਅਨਾਥ, ਨਾਥ ਹੁੰਦਾ ਹੈ ਕੋਈ ਕਿਸੇ ਦਾ ਮਾਲਕ ਹੋਏ, ਕੋਈ ਕਿਸੇ ਦਾ ਸੇਵੀਅਰ ਹੋਏ,
ਜਿਹਦਾ ਸੇਵੀਅਰ ਕੋਈ ਨਾ ਹੋਏ ਉਹ ਅਨਾਥ ਹੋ ਜਾਂਦਾ। ਜੇ ਆਪਾਂ ਸੰਸਾਰ ਵਿੱਚ ਦੇਖਦੇ ਹਾਂ ਤਾਂ ਸਾਡੀ ਸਾਰਿਆਂ ਦੀ ਡਿਪੈਂਡੈਂਸੀ ਹੁੰਦੀ ਹੈ। ਪਹਿਲੀ ਡਿਪੈਂਡੈਂਸੀ ਤੇ ਪੇਰੈਂਟਸ 'ਤੇ ਖੜੀ ਹੁੰਦੀ ਹੈ ਵੀ ਪੇਰੈਂਟਸ ਨਾ ਹੋਏ ਤਾਂ ਅਸੀਂ ਬਚ ਹੀ ਨਹੀਂ ਪਾਵਾਂਗੇ। ਹਾਲਾਂਕਿ ਸਭ ਮਾਂ ਬਾਪ ਹੈਲਦੀ ਰਹਿਣ, ਮਾਲਕ ਉਹਨਾਂ ਦੇ ਬੱਚਿਆਂ ਦੇ ਸਿਰਾਂ 'ਤੇ ਉਹਨਾਂ ਦਾ ਸਾਇਆ ਹਮੇਸ਼ਾ ਕਾਇਮ ਰੱਖੇ, ਸਾਡੀ ਅਰਦਾਸ ਹੈ। ਪਰ ਜੇ ਆਪਾਂ ਸਿਰਫ ਅਮਰੀਕਨ ਪ੍ਰੈਜ਼ੀਡੈਂਟਸ ਦੀ ਹੀ ਹਿਸਟਰੀ ਪੜ੍ਹ ਲਈਏ ਤਾਂ ਆਪ ਹੈਰਾਨ ਹੋਵੋਗੇ, ਜਿਹੜੇ ਮੋਸਟਲੀ ਪ੍ਰੈਜ਼ੀਡੈਂਟਸ ਆਏ ਨੇ ਉਹਨਾਂ ਦੇ ਵਿੱਚੋਂ ਕਿਤੇ ਦੋਵੇਂ ਤੇ ਕਿਤੇ ਇੱਕ ਪੇਰੈਂਟ ਨਦਾਰਤ ਹੈ, ਬੜੀ ਅਰਲੀ ਏਜ 'ਚ। ਇੱਥੋਂ ਪਤਾ ਲੱਗਦਾ ਹੈ ਕਿ ਜਦੋਂ ਬੰਦੇ ਨੂੰ ਬਾਹਰੋਂ ਬਲਕਿ ਛੋਟੀ ਉਮਰ ਦੇ 'ਚ ਉਹੋ ਜਿਹੀ ਡਿਪੈਂਡੈਂਸੀ ਨਹੀਂ ਰਹਿੰਦੀ, ਸਪੋਰਟ ਨਹੀਂ ਮਿਲਦੀ, ਉਹਦੇ 'ਚ ਜਿਹੜਾ ਉਹਦਾ ਸਰਵਾਈਵ ਕਰਨ ਦਾ ਲੈਵਲ ਜਾਂ ਜਿਹੜਾ ਉਹਦਾ ਸੰਸਾਰ ਦੇ ਵਿੱਚ ਨਜਿੱਠਣ ਦਾ, ਸੰਘਰਸ਼ ਕਰਨ ਦਾ ਲੈਵਲ ਵੱਧ ਜਾਂਦਾ, ਬਲਕਿ ਜੇਤੂ ਉਹਨੇ ਪੜਦਾ। ਇਸੇ ਕਰਕੇ ਗੁਰਮਤਿ ਨੇ ਕਿਹਾ ਕਿ ਅਸੀਂ ਲਿਟਰਲੀ ਤੌਰ 'ਤੇ ਬਚਨ ਵੀ ਕਹਿ ਦਿੰਦੇ ਹਾਂ ਕਈ ਵਾਰੀ ਕਿ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਸੰਸਾਰੀ ਤੌਰ 'ਤੇ ਅਸੀਂ ਕਹਿੰਦੇ ਹਾਂ ਇਹ ਤਾਂ ਟਹਿਲ ਕਦਮ, ਇਹ ਤਾਂ ਟਹਿਲ ਸੇਵਾ ਹੈ ਸਾਡੀ। ਕਿਸੇ ਨੇ ਸਾਡੇ ਟਹਿਲੂਏ ਹੋ ਕੇ ਸਾਨੂੰ ਪਾਲਿਆ, ਕੱਲ੍ਹ ਨੂੰ ਅਸੀਂ ਉਸ ਏਜ 'ਚ ਚਲੇ ਜਾਵਾਂਗੇ, ਅਸੀਂ ਉਹਨਾਂ ਦੀ ਟਹਿਲ ਕਰਾਂਗੇ। ਦੈਟਸ ਇਟ। ਅਸੀਂ ਕਈ ਵਾਰ ਕਹਿੰਦੇ ਨਾ, ਮਾਫੀ ਮੰਗਾਂਗਾ, ਗੁਰੂ ਕੇ ਹਜ਼ੂਰ ਅਰਦਾਸ ਕਰੀਏ ਤਾਂ ਅਰਦਾਸ ਕਹਿੰਦੇ ਕਿ ਬੱਚਾ ਆਇਆ, ਬੱਚਾ ਨਾ ਮਾਲਕ ਜੀ ਮਾਂ ਬਾਪ ਦਾ ਆਗਿਆਕਾਰੀ ਹੋਏ। ਗੁਰਮਤਿ ਆਸ਼ੇ ਮੁਤਾਬਕ ਬਾਤ ਠੀਕ ਨਹੀਂ ਗਈ, ਆਗਿਆਕਾਰੀ ਤੇ ਹੋਏ ਗੁਰੂ ਦਾ, ਮਾਂ ਬਾਪ ਦਾ ਤੇ ਟਹਿਲੂਆ ਹੋਵੇ। ਕਿਉਂਕਿ ਜਿਹੜੀ ਆਗਿਆ ਆ ਉਹ ਕਿਸੇ ਐਥਿਕਸ ਦੀ ਪਾਲਣੀ ਹੈ, ਕਿਸੇ ਹਾਇਰ ਲੈਵਲ ਦੀ ਪਾਲਣੀ ਹੈ। ਜਿਸ ਗੱਲ ਚਾਹੀ ਤੇ ਪ੍ਰਹਿਲਾਦ ਤੇ ਕਿਸ ਕੈਟਾਗਰੀ 'ਚ ਆਉਂਦਾ ਹੀ ਨਹੀਂਗਾ, ਉਹ ਤੇ ਆਗਿਆਕਾਰੀ ਨਹੀਂ ਹਰਨਾਕਸ਼ ਦਾ। ਗੁਰੂ ਨਾਨਕ ਸਾਹਿਬ ਤੇ ਇਸ ਕੈਟਾਗਰੀ 'ਚ ਆਉਂਦੇ ਹੀ ਨਹੀਂ, ਉਹ ਤੇ ਆਗਿਆਕਾਰੀ ਨਹੀਂ। ਬਾਬਾ ਮਹਿਤਾ ਕਲਿਆਣ ਦਾਸ ਜੀ ਦੇ। ਸੋ ਇੱਥੇ ਬਾਤ ਕੀਤੀ ਕਿ ਹਾਇਰ ਪ੍ਰਿੰਸੀਪਲ ਦੀ ਇਹ ਜਿਹੜੀ ਬਾਤ ਆ, ਸਾਡਾ ਨਾਥ ਉਹੀ ਹੈ, ਕਰਤਾਰ ਹੈ। ਬਾਕੀ ਵਕਤੀ ਤੌਰ 'ਤੇ ਲੋਕਾਂ ਦੇ ਸਿਰਾਂ ਤੋਂ ਛਾਵਾਂ ਉੱਠਦੀਆਂ ਵੀ ਨੇ, ਆਉਂਦੀਆਂ ਵੀ ਨੇ, ਜਿਹਨੂੰ ਅਸੀਂ ਰਹਿਰਾਸ ਦੀ ਬਾਣੀ 'ਚ ਰੋਜ਼ ਪੜ੍ਹਦੇ ਹਾਂ। ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨਾ ਕਿਸ ਕੀ ਧਰਿਆ, ਸਿਰ ਸੇ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਪਾਉ ਕਰਿਆ। ਮਨ ਡਰਦਾ ਕਿਉਂ? ਸਿਰ ਸੇ ਰਿਜ਼ਕ ਸੰਭਾਹੇ ਠਾਕੁਰ, ਸਿਰਾਂ 'ਤੇ ਬੈਠਾ ਠਾਕੁਰ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਸਾਨੂੰ ਰਿਜ਼ਕ ਸੰਭਾਲਣ ਵਾਸਤੇ ਸਾਨੂੰ ਉਦਮ ਦੀ ਦਾਤ ਬਖਸ਼ੇਗਾ, ਉਹਦੇ 'ਤੇ ਭਰੋਸਾ ਰੱਖ। ਜੇ ਆਪਾਂ ਇਹਨੂੰ ਹੋਰ ਸਿੰਪਲ ਕਰਾਂ, ਮੈਂ ਕਾਫੀ ਸਾਲ ਪਹਿਲਾਂ, ਵੈਸੇ ਤਾਂ ਜ਼ਿੰਦਗੀ ਇਸ ਕਿਸਮ ਦੀ ਹੈ ਕਿ ਇਹਦੇ 'ਚ ਇੱਕ ਮੁੱਠ ਚੁੱਕ ਲੈ ਦੂਜੀ ਤਿਆਰ, ਮਤਲਬ ਭਾਰ ਲਗਾਤਾਰ ਐਵੇਂ ਵੱਧਦਾ ਲਗਾ ਜਾਂਦਾ। ਬੰਦਾ ਸੋਚਦਾ ਕਿ ਵਨ ਡੇ ਆਮ ਗੋਨਾ ਹੈਵ ਫ੍ਰੀ ਟਾਈਮ ਐਂਡ ਦੈਨ ਆਈ ਵਿਲ ਡੂ ਵਟ ਆਈ ਹੈਵਨਟ ਡਨ ਅੰਟਿਲ ਨਾਓ, ਬਟ ਦੈਟ ਟਾਈਪ ਆਫ ਟਾਈਮ ਨੈਵਰ ਕਮ ਇਨ ਆਵਰ ਲਾਈਫਸ, ਦੈਟ ਇਜ਼ ਟਰੂ। ਅਦਰਵਾਈਜ਼ ਕਈ ਵਾਰੀ ਹੋਇਆ ਕਿ ਇੱਕ ਬਿਲਕੁਲ ਪਹਿਲੀ ਪਾਤਸ਼ਾਹੀ ਤੋਂ ਇਤਿਹਾਸ ਦੀ ਇੱਕ ਲੜੀ ਚਲਾਈ ਜਾਏ, ਪੂਰੀ ਇਨਸੀਡੈਂਟ ਬਾਏ ਇਨਸੀਡੈਂਟ, ਘਟਨਾਕ੍ਰਮ ਨੂੰ ਇਸ ਰੂਪ ਵਿੱਚ ਬਿਆਨ ਕੀਤਾ ਜਾਏ। ਇਹ ਸਾਰੇ ਨੂੰ ਅੱਜ ਰਿਕਾਰਡਿੰਗ ਦਾ ਸਿਸਟਮ ਹੈ, ਰਿਕਾਰਡ ਕੀਤਾ ਜਾਏ ਜਿਵੇਂ ਮਹਾਰਾਜ ਨੇ ਤੌਫੀਕ ਦਿੱਤੀ, ਜਿਵੇਂ ਚੀਜ਼ਾਂ ਸਮਝੀਆਂ, ਪੜ੍ਹੀਆਂ, ਓਬਜ਼ਰਵ ਕੀਤੀਆਂ ਇਸ ਰੂਪ ਦੇ ਵਿੱਚ। ਪਰ ਮੌਕਾ ਨਹੀਂ ਬਣ ਪਾਇਆ ਕਦੇ। ਕਾਫੀ ਸਾਲ ਪਹਿਲਾਂ ਇੱਥੇ ਮੈਨੂੰ ਡਿਕਸੀ ਰੋਡ ਗੁਰਦੁਆਰਾ ਸਾਹਿਬ 1 ਮਹੀਨਾ ਗੁਰੂ ਨਾਨਕ ਸਾਹਿਬ ਦੀਆਂ ਸਿਰਫ ਉਦਾਸੀਆਂ 'ਤੇ ਬੋਲਣ ਦਾ ਮੌਕਾ ਬਣਿਆ। ਉਹ ਸਪੈਸੀਫਿਕਲੀ ਉਹਨਾਂ ਨੇ ਕਿਹਾ, ਉਹਨਾਂ ਦਿਨਾਂ ਦੇ ਵਿੱਚ TV ਆਮ ਨਹੀਂ ਸੀਗਾ, ਮਤਲਬ ਸਪੈਸੀਫਿਕਲੀ TV ਦੀ ਰਿਕੁਐਸਟ ਪਾਈ ਗਈ ਕਿ ਉਹ ਲਾਈਵ ਟੈਲੀਕਾਸਟ ਕਰੇਗਾ। ਸੋ ਸਾਰੀ ਬਾਤ ਹੋਈ ਉਸ ਤਰੀਕੇ ਨਾਲ। ਖੈਰ 1 ਮਹੀਨੇ ਦਾ ਸਮਾਂ ਸੀਗਾ। ਆਈ ਵਾਜ਼ਨਟ ਏਬਲ ਟੂ ਸਪੀਕ ਫॉर ਹੋਲ ਜਰਨੀ ਆਫ ਐਕਚੁਅਲੀ ਗੁਰੂ ਨਾਨਕ ਸਾਹਿਬ, ਵਿੱਚੋਂ ਥੋੜ੍ਹੇ ਪੀਸਿਸ ਹੀ ਬਿਆਨ ਕੀਤੇ। ਅੱਜ ਕੱਲ੍ਹ YouTube 'ਤੇ ਸ਼ਾਇਦ ਮਿਲ ਵੀ ਜਾਂਦਾ ਹੈ, ਸਾਰਾ ਕੁਝ ਰਿਕਾਰਡ ਹੋਇਆ। ਖੈਰ ਬਟ ਇਟ ਵਾਜ਼ ਕੰਪਲੀਟਲੀ ਅਮੇਜ਼ਡ ਕਰ ਦੇਣ ਵਾਲਾ ਐਕਸਪੀਰੀਅੰਸ ਸੀਗਾ। ਸਭ ਚੀਜ਼ਾਂ ਹੋਈਆਂ ਕਿਉਂਕਿ ਤਵਾਰੀਖ ਵਿੱਚ ਤੁਸੀਂ ਦੇਖਦੇ ਹੋ ਕਿਆ ਗੁਰੂ ਸਾਹਿਬ ਨੇ ਕਮਾਲਾਂ, ਕਿਸ ਤਰੀਕੇ ਦਾ ਮਾਨਵਤਾ ਅਤੇ ਕਲਿਆਣ ਹਿੱਤ ਸਾਰੀ ਯਾਤਰਾ ਕੀਤੀ। ਕੁਝ ਸ਼ਹਿਰ ਦੇ ਬੜੇ ਸਿਆਣੇ, ਪਿਆਰ ਕਰਨ ਵਾਲੇ ਸੱਜਣ ਲਗਾਤਾਰ ਸੁਣਨ ਵੀ ਆਉਂਦੇ ਰਹੇ। ਹੁਣ ਜੋ ਮੈਨੂੰ ਯਾਦ ਹੈ, ਮੇਰੇ ਜਾਣਕਾਰ ਨੇ, ਵਕੀਲ ਨੇ, ਅਤੇ ਉਹ ਆਏ ਅਤੇ ਉਹ ਕਹਿੰਦੇ ਵੀ ਗੱਲ ਇਹ ਹੈ, ਗਿਲਾ ਨਾ ਕਰਿਓ, ਮਤਲਬ ਗੁੱਸਾ ਨਾ ਕਰਿਓ ਕਿਸੇ ਕਿਸਮ ਦਾ, ਡੋਂਟ ਮਾਈਂਡ ਇਟ, ਆਈ ਹੈਵ ਸਮ ਕੁਐਸਚਨਸ ਫॉर ਯੂ। ਮੈਂ ਕਿਹਾ ਜੀ ਸਵਾਲ ਹੁੰਦਾ, ਮਾਈਂਡ ਕਰਨ ਵਾਲੀ ਕਿਹੜੀ ਗੱਲ ਹੈ? ਕਹਿੰਦਾ ਬਿਕੋਜ਼ ਸਮ ਟਾਈਮ we take everything otherwise in very devotional side, but it's a very rational kind of question. I believe you have traveled a lot and you still travel. मैं कहा yes. कहता okay. Suppose ਤੁਸੀਂ ਟੋਰਾਂਟੋ ਤੋਂ ਕਿਸੇ ਸ਼ਹਿਰ ਜਾਣਾ ਹੈ, ਐਗਜ਼ਾਮਪਲ ਕਰਦੇ ਨਿਊਯਾਰਕ ਜਾਣਾ,
ਡੂ ਯੂ ਵਾਂਟ ਟੂ ਮੇਕ ਐਨੀ ਅਰੇਂਜਮੈਂਟ ਬਿਫੋਰ ਯੂ ਲੀਵ ਦ ਸਿਟੀ। ਮੈਂ ਕਿਹਾ ਵੀ ਜੇ ਤੁਸੀਂ ਅੱਜ ਦੀ ਤਾਰੀਖ 'ਚ ਅੱਜ ਵੀ ਗੱਲ ਕਰਦੇ ਹੋ, ਅਤੇ ਮੇਰਾ ਜਿਹੜਾ ਅੱਜ ਤੱਕ ਵੀ ਟਰੈਵਲ ਕਰਨ ਦਾ ਤਰੀਕਾ ਇਹ ਹੈਗਾ ਕਿ ਮੈਂ ਟੋਰਾਂਟੋ ਏਅਰਪੋਰਟ 'ਤੇ ਜਾਣ ਤੋਂ ਪਹਿਲਾਂ ਸਾਰਾ ਅਰੇਂਜਮੈਂਟ ਇਹ ਕਰਨਾ ਕਿ ਮੈਨੂੰ ਉੱਥੇ ਚੱਕਣ ਲਈ ਬੰਦੇ ਕਿਹੜੇ ਨੇ ਆਉਣਾ, ਨੰਬਰ 1 ਚੀਜ਼। ਨੰਬਰ 2, ਮੈਂ ਜਿੰਨੇ ਦਿਨ ਰਹਿਣਾ ਮੈਂ ਰਹਿਣਾ ਕਿੱਥੇ ਹੈ, ਉੱਥੇ ਮੇਰੇ ਵਾਸਤੇ ਜਿਹੜੀ ਅਕੋਮੋਡੇਸ਼ਨ ਹੈ ਕਿਵੇਂ ਦੀ ਹੋਏਗੀ, ਉੱਥੇ ਮੇਰੇ ਕੋਲ ਪੜ੍ਹਨ ਵਾਸਤੇ ਸਮਾਂ ਹੋਏਗਾ, ਮੇਰੇ ਕੋਲ ਕੋਈ ਡਿਸਟਰਬੈਂਸ ਤਾਂ ਨਹੀਂ ਹੋਏਗੀ, ਫਿਰ ਮੇਰਾ ਆਰ ਖੁਰਾਕ ਜਿਹੜੀ ਉਹ ਕਿੱਥੋਂ ਮਿਲੇਗੀ ਮੈਨੂੰ ਖਾਣ ਵਾਸਤੇ, ਹੋਰ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਨੇ। ਅਤੇ ਜੇ ਇਹਨਾਂ ਦੇ 'ਚੋਂ ਇੱਕ ਮੈਂ ਪਲਾਨ ਇਹ ਬਣਾਇਆ, ਅਤੇ ਜੇ ਪਲਾਨ ਦੇ ਨਾਲ ਮੈਂ ਪਲਾਨ B ਵੀ ਬਣਾਇਆ ਵੀ ਸਪੋਜ਼ ਕਰੋ ਬੰਦਾ ਮੈਨੂੰ ਲੈਣ ਨਹੀਂ ਆਇਆ, ਆਈ ਐਮ ਨੋਟ ਗੋਨਾ ਵੇਟ ਐਟ ਆਲ, ਆਈ ਵਿਲ ਟੇਕ ਟੈਕਸੀ ਰਾਈਟ ਵੇ, ਆਈ ਹੈਵ ਟੂ ਹੈਵ ਮਨੀ ਵਿਦ ਮੀ, ਸਪੈਸ਼ਲੀ ਉੱਥੋਂ ਦੀ ਕਰੰਸੀ ਮੇਰੇ ਕੋਲ ਹੋਵੇ। ਜਿੱਥੇ ਮੈਂ ਜਾ ਰਿਹਾ ਅਤੇ ਅਰੇਂਜਮੈਂਟ ਠੀਕ ਨਹੀਂ ਹੈਗਾ, ਮੇਰੇ ਕੋਲ ਓਪਨ ਇਟਨਰੀ ਹੁੰਦੀ ਹੈ, ਇਫ ਆਈ ਵਾਂਟ ਆਈ ਕੈਨ ਐਕਚੁਅਲੀ ਟੇਕ ਰਾਈਟ ਵੇ ਐਕਚੁਅਲੀ ਫਲਾਈਟ ਬੈਕ ਟੂ ਟੋਰਾਂਟੋ। ਇਸ ਕਿਸਮ ਦੀਆਂ ਮੈਂ ਗੱਲਾਂ ਸਾਰੀਆਂ ਉਹਨੂੰ ਦੱਸੀਆਂ। ਕਹਿੰਦੇ ਠੀਕ, ਬਿਲਕੁਲ ਠੀਕ, ਤੁਸੀਂ ਸਹੀ ਐਕਸਪਲੇਨ ਕੀਤਾ। ਹੁਣ ਆਪਾਂ ਇਸੇ ਗਰਾਊਂਡ 'ਤੇ ਗੱਲ ਕਰਦੇ ਹਾਂ। ਗੁਰੂ ਨਾਨਕ ਸਾਹਿਬ ਨੇ ਕੋਈ ਅੰਦਾਜ਼ਨ 60,000 ਮੀਲ ਦਾ ਸਫ਼ਰ ਤੈਅ ਕੀਤਾ, ਅਤੇ ਜ਼ਿਆਦਾਤਰ ਪੈਦਲ ਸਫ਼ਰ ਸੀਗਾ ਉਹਨਾਂ ਦਾ। ਇੰਨਾ ਵੱਡਾ ਸਫ਼ਰ ਕੀਤਾ, ਕੋਈ ਅਰੇਂਜਮੈਂਟ ਕੀਤੇ ਹੋਣਗੇ ਉਹਨਾਂ ਨੇ। ਜਦੋਂ ਕਿਤੇ ਉਹ ਜਾ ਰਹੇ ਨੇ, ਸਪੋਜ਼ ਕਰੋ ਉੱਤੇ ਤਿੱਬਤ ਨੂੰ ਜਾ ਰਹੇ ਨੇ, ਇੱਧਰ ਸ਼ਿਵਾਲਿਕ ਹਿਮਾਲਿਆ ਦੀਆਂ ਪਹਾੜੀਆਂ ਨੂੰ ਜਾ ਰਹੇ ਨੇ, ਆਲ ਦਾ ਵੇ ਸਿੱਕਮ ਵਾਲੀ ਸਾਈਡ ਨੂੰ, ਦੱਖਣ ਵਾਲੀ ਸਾਈਡ ਨੂੰ, ਜਿਹੜਾ ਹੈ ਅਰਬਿਸਤਾਨ ਵਾਲੀ ਸਾਈਡ ਨੂੰ, ਇੱਧਰ ਨੂੰ ਜਾ ਰਹੇ ਨੇ, ਕੋਈ ਅਰੇਂਜਮੈਂਟ ਕੀਤੇ ਹੋਣਗੇ। ਆਖਰਕਾਰ ਤੁਸੀਂ ਇੰਨੀ ਗੁਰੂ ਸਾਹਿਬ ਦੀ ਜਰਨੀ ਬਿਆਨ ਕਰ ਰਹੇ ਹੋ, ਉਹਦੇ ਬਾਰੇ ਕੁਝ ਬਾਤ ਕਰੋਗੇ। ਅਤੇ ਉਸੇ ਦਿਨ ਹੀ ਮੈਂ ਕਵੀਰਾਜ ਇੰਦਰਜੀਤ ਸਿੰਘ ਤੁਲਸੀ, ਆਪਨੇ ਸ਼ਾਇਦ ਨਾਮ ਸੁਣਿਆ ਹੋਇਆ, ਬਹੁਤ ਉਮਦਾ ਨਾਮਵਰ ਗੀਤਕਾਰ ਅਤੇ ਕਵੀਕਾਰ ਹੋਏ ਨੇ। ਫੁੱਲਾਂ ਵਿੱਚੋਂ ਫੁੱਲ ਪੰਜਾਬ ਨਹੀਂ ਸਈਓ, ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਈਓ, ਦੇਸਾਂ ਵਿੱਚੋਂ ਦੇਸ ਪੰਜਾਬ ਨਹੀਂ ਸਈਓ, ਇਹ ਉਹਨਾਂ ਦੀ ਕਲਮ ਦੀ ਆਖਰਕਾਰ ਕਲਮਕਾਰੀ ਹੈਗੀ ਹੈ। ਇਹੋ ਜਿਹੀਆਂ ਚੀਜ਼ਾਂ ਤੁਸੀਂ ਬਹੁਤ ਉਮਦਾ ਕਿਸਮ ਦੇ ਨਾਲ 500 ਸਾਲਾ ਜਦੋਂ ਗੁਰੂ ਨਾਨਕ ਸਾਹਿਬ ਦਾ ਮਨਾਇਆ ਗਿਆ 1969 ਦੇ ਵਿੱਚ, ਉਦੋਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਇੱਕ ਗੀਤ ਵਿੱਚ ਲਿਖਿਆ। ਪੂਰਾ ਜੀਵਨ ਐਡੀ ਮੋਟੀ ਕਿਤਾਬ ਹੈ, ਪੂਰੀ ਗੁਰੂ ਨਾਨਕ ਸਾਹਿਬ ਦੀ ਜੀਵਨੀ ਪੜ੍ਹਨ ਵਾਲਾ ਕਿਤਾਬ 'ਚ ਹੈ। ਜੇ ਤੁਹਾਡੇ ਕੋਲ ਟਾਈਮ ਹੋਏ ਅਤੇ ਤੁਹਾਡੇ ਕੋਲ ਕੁਝ ਭਾਵ ਹੋਏ ਗੁਰੂ ਸਾਹਿਬ ਦੇ ਜੀਵਨ ਨੂੰ ਮਾਨਣ ਦਾ, ਅਤੇ ਇਹੋ ਜਿਹੀਆਂ ਕਿਤਾਬ 'ਚ ਪੜ੍ਹਨ ਵਾਲੇ ਨੇ। ਇੰਦਰਜੀਤ ਸਿੰਘ ਤੁਲਸੀ, ਖੈਰ ਮੈਂ ਬਾਈ ਚਾਂਸ ਉਹ ਕਿਤਾਬ ਹੀ ਪੜ੍ਹ ਰਿਹਾ ਸੀਗਾ, ਅਤੇ ਜਦੋਂ ਗੱਲਬਾਤ ਹੋਈ ਉਸ ਦਿਨ, ਅਤੇ ਉਸ ਦਿਨ ਮੇਰੇ ਨਾਲ ਜਦੋਂ ਗੱਲ ਕੀਤੀ, ਤਾਂ ਮੈਂ ਕਿਹਾ ਜੀ ਗੱਲ ਇਹ ਹੈ ਕਿ ਮੈਂ ਅੱਜ ਹੀ ਪੜ੍ਹ ਰਿਹਾ ਸੀਗਾ ਇੰਦਰਜੀਤ ਸਿੰਘ ਤੁਲਸੀ ਦੇ ਲਿਖੇ ਬਚਨ ਨੇ। ਉਹਦੇ 'ਚ ਉਹ ਕਹਿੰਦਾ ਹੈ ਕਿ ਪੱਲੇ ਕੁਝ ਨਹੀਂ ਬੰਨ੍ਹਦੇ ਪੰਖੀ ਅਤੇ ਦਰਵੇਸ਼, ਜਿਨ੍ਹਾਂ ਨੂੰ ਤਕਵਾ ਰੱਬ ਤੇ ਤਿੰਨਾਂ ਨੂੰ ਰਿਜ਼ਕ ਹਮੇਸ਼। ਇੱਥੋਂ ਗੀਜ਼ ਉੱਡਦੀਆਂ ਨੇ ਸਾਡੇ ਕੈਨੇਡਾ ਦੀਆਂ, ਆਲ ਦਾ ਵੇ ਸੈਂਟਰਲ ਅਮੈਰੀਕਾ ਅਤੇ ਸਾਊਥ ਅਮੈਰੀਕਾ ਤੱਕ ਜਾਂਦੀਆਂ ਨੇ। ਤੁਸੀਂ ਕਿਸੇ ਗੀਰ ਨੂੰ ਦੇਖਿਆ ਹੋਏਗਾ ਕਿ ਉਹਨੇ ਜਿਹੜਾ ਹੈਗਾ ਆਪਣੇ ਨਾਲ ਕੋਈ ਛੋਟੀ ਜਿਹੀ ਪੋਟਲੀ ਅਨਾਜ ਦੀ ਬੰਨੀ ਹੋਏ, ਉਹਨੇ ਕੋਈ ਪਹੁੰਚੇ ਹੀ 2 ਜਿਹੜੇ ਨੇ ਇਸ ਤਰੀਕੇ ਦੇ ਨਾਲ। ਇੱਥੇ ਸੋਏ ਦੀ, ਮਕਈ ਦੀ ਇੰਨੀ ਫਸਲ ਹੁੰਦੀ ਹੈ, ਉਹਦੀ ਅੱਜ ਕੱਲ੍ਹ ਜਿਹੜੀ ਕਟਾਈ ਹੋ ਰਹੀ, ਹਾਰਵੈਸਟਿੰਗ ਹੋ ਰਹੀ, ਹਾਰਵੈਸਟਿੰਗ ਸੀਜ਼ਨ ਚੱਲ ਰਿਹਾ, ਉਹਦੇ ਕੋਈ ਦਾਣੇ ਆਪਣੀ ਪੰਜੀਆਂ 'ਚ ਭਰੇ ਹੋਣ ਵੀ ਜੇ ਕਿਤੇ ਥੱਕ ਗਈ ਤਾਂ ਉਸੇ ਜਿਹੜਾ ਥੱਲੇ ਬੈਠ ਕੇ ਖਾ ਲਵਾਂਗੀ ਨਾ। ਪੱਲੇ ਕੁਝ ਨਹੀਂ ਬੰਨ੍ਹਦੇ ਪੰਖੀ ਅਤੇ ਦਰਵੇਸ਼, ਦਰਵੇਸ਼ ਕਰਤਾਰ ਦੇ ਭਰੋਸੇ ਤੇ ਹੁੰਦੇ ਨੇ, ਉਹਨਾਂ ਦਾ ਵਿਸ਼ਵਾਸ ਉਸ ਹਸਤੀ ਤੇ ਹੁੰਦਾ ਆ, ਉਹਨਾਂ ਨੂੰ ਤਕਵਾ ਉਹਦਾ ਆ, ਤੇ ਜਿਨ੍ਹਾਂ ਨੂੰ ਤਕਵਾ ਉਹਦਾ ਆ ਤਿੰਨਾਂ ਨੂੰ ਰਿਜ਼ਕ ਹਮੇਸ਼। ਉਹਨਾਂ ਰਿਜ਼ਕ ਆਫਰੀਨ ਨੇ, ਉਹਨਾਂ ਨੂੰ ਰਿਜ਼ਕ ਦੀ, ਉਹਨਾਂ ਨੂੰ ਕਿਸੇ ਇਸ ਕਿਸਮ ਦੀ ਬਾਤ ਨਹੀਂ ਗਈ। ਸੋ ਇਹ ਹੈ ਅਕੀਦਤ। ਇੱਥੇ ਜੋ ਸਾਹਿਬ ਨੇ ਕਿਹਾ ਨਾ, ਮੋਹਿ ਅਨਾਥ ਤੁਮਰੀ ਸ਼ਰਨ ਆਈ, ਮਾਲਕ ਮੈਂ ਤੇਰੇ ਓਟ ਆਸਰੇ ਹਾਂ, ਮੈਂ ਤੇਰੀ ਸ਼ਰਨ ਆਇਆ, ਮੈਂ ਤੇਰਾ ਪਨਾਹਗੀਰ ਬਣਿਆ ਵਾਂ, ਮੈਂ ਤੇਰਾ ਰਿਫਿਊਜ ਲੈ ਰਿਹਾ ਵਾਂ। ਸੋ ਉੱਥੇ ਜਾ ਕੇ ਜੇ ਸੋਚ ਦੇ ਲੈਵਲ 'ਤੇ ਬਾਤ ਆ ਜਾਏ ਤੇ ਫਿਰ ਉਹ ਤੇ ਅੰਗ ਸੰਗ ਹੈ, ਉਹ ਤੇ ਪਾਲਣ ਵਾਲਾ ਆ, ਉਹ ਡੋਲਣ ਨਹੀਂ ਦਿੰਦਾ, ਉਹ ਡਾਵਾਂ ਡੋਲ ਨਹੀਂ ਹੋਣ ਦਿੰਦਾ। ਤੇ ਰਿਸੋਰਸਿਸ ਜਿਹੜੇ ਨੇ ਇਹ ਕੁਦਰਤ ਦੀ ਖੇਡ ਵਿੱਚੋਂ ਆਪਣੇ ਆਪ ਜਨਰੇਟ ਹੁੰਦੇ ਨੇ। ਬੰਦੇ ਨੂੰ ਲੱਗਦਾ ਕਿ ਮੈਂ ਕਾਰਨ ਬਣਾਉਣ ਵਾਲਾ ਵਾਂ, ਨਹੀਂ ਨਹੀਂ, ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ, ਇਹ ਉਹਦੇ ਵਸ ਨੇ। ਕਲਾ ਤੇ ਉਹਦੀ ਹੈ, ਸ਼ਕਤੀ ਤੇ ਉਹਦੀ ਹੈ, ਪਤਾ ਨਹੀਂ ਕਿਹੜੀ ਕਲਾ ਕਿੱਧਰੋਂ ਵਾਪਰੇ ਤੇ ਕਿਹੜੀ ਚੀਜ਼ ਕਿਸ ਰੂਪ ਦੇ ਵਿੱਚ ਉਮਗਣ ਲੱਗ ਜਾਏ, ਇਹ ਅਹਿਸਾਸ ਆ ਜਾਏ ਇਸ ਤਰੀਕੇ ਦਾ। ਜੇ ਆਪਾਂ ਸਿੱਖੀ ਆਸ਼ੇ 'ਚ ਵੀ ਦੇਖਦੇ ਹਾਂ ਨਾ ਕਿ ਉਸ ਚੀਜ਼ਾਂ ਆਪ ਨੂੰ ਬੜੀਆਂ ਹੈਰਾਨ ਕਰਨ ਵਾਲੀਆਂ ਲੱਭਣਗੀਆਂ। ਆਪਾਂ ਦੇਖੀਏ ਅੰਗਰੇਜ਼ ਪੰਜਾਬ ਵਿੱਚ ਆਉਂਦਾ, ਪੰਜਾਬ ਵਿੱਚ ਆ ਕੇ ਪੂਰੇ ਸਾਊਥ ਏਸ਼ੀਆ 'ਚ ਜਿੱਥੇ ਜਾ ਕੇ ਉਹਨੂੰ ਸਭ ਤੋਂ ਮੁਸ਼ਕਿਲ ਵੱਡੀ ਆਈ, ਉਹ ਆਈ ਪੰਜਾਬ ਨੂੰ ਜਿਹੜਾ ਹੈਗਾ ਆਪਣੇ ਕਬਜ਼ੇ 'ਚ ਕਰਨ ਵਾਸਤੇ, ਕਿਉਂਕਿ
ਉੱਥੇ ਮਹਾਰਾਜਾ ਰਣਜੀਤ ਸਿੰਘ ਤੇ ਸਿੱਖ ਰਜ਼ੀਮ ਜਿਹੜਾ ਬੜਾ ਸਟਰੋਂਗਲੀ ਅਪੋਜ਼ ਕਰਦਾ ਉਸ ਨੂੰ। ਉਸ ਤੋਂ ਬਾਅਦ ਜਿਵੇਂ ਹੀ ਉਹ ਆਪਣੇ ਉੱਥੇ ਕਬਜ਼ੇ 'ਚ ਲੈਂਦਾ ਸਾਰੇ ਨੂੰ, ਉਸੇ ਵਕਤ ਹੀ ਉਹ ਪੰਜਾਬ ਰੈਜੀਮੈਂਟ ਵੀ ਬਣਾ ਦਿੰਦਾ, ਸਿੱਖ ਰੈਜੀਮੈਂਟ ਵੀ ਬਣਾ ਦਿੰਦਾ। ਨਾਲ ਦੀ ਨਾਲ ਸਿੱਖਾਂ ਨੂੰ ਕਹਿੰਦਾ ਵੀ ਇਹਨਾਂ ਵਾਸਤੇ ਆਰਚਰੀਆਂ ਖੋਲ੍ਹ ਦਿਓ, ਪਰ ਇਹਨਾਂ ਨੂੰ ਆਪਣੇ ਨਾਲ ਲਾ ਲਓ। ਖੈਰੇ ਬਾਤ ਹੋਈ, ਅਜੇ ਬਾਤ ਪੂਰੀ ਤਰ੍ਹਾਂ ਸ਼ਾਇਦ ਅੱਗੇ ਪੈਰਾਂ ਸਿਰ ਹੁੰਦੀ ਤੇ ਉਸ ਸਮੇਂ ਤੱਕ ਅਸੀਂ ਦੇਖਦੇ ਹਾਂ ਗਦਰ ਮੂਵਮੈਂਟ ਆ ਗਈ, ਥੋੜ੍ਹੇ ਸਮੇਂ ਬਾਅਦ ਇਹ ਸਭ ਚੀਜ਼ਾਂ ਆ ਗਈਆਂ। ਤੇ ਫਿਰ ਉਸ ਤੋਂ ਬਾਅਦ ਉਸਨੇ ਇੱਕਦਮ ਆਪਣੇ ਸਾਡੇ ਵੱਲੋਂ ਜਿਹੜਾ ਮੂੰਹ ਵੀ ਮੋੜ ਲਿਆ, ਦੂਜੇ ਪਾਸੇ ਕਰ ਲਿਆ। ਉਹਨੇ ਕਿਹਾ ਨਹੀਂ ਹੁਣ ਨਹੀਂ, ਬੜੇ ਇਹਨਾਂ ਨੂੰ ਜਿਹੜੀਆਂ ਨੇ ਮਿਲਟਰੀ ਜੋਬਾਂ ਦੇ ਦਿੱਤੀਆਂ, ਇਹਨਾਂ ਨੂੰ ਮੁਰੱਬੇ ਦੇ ਦਿੱਤੇ, ਹੁਣ ਨਹੀਂ। ਉਸ ਤੋਂ ਬਾਅਦ ਇੱਕਦਮ ਕੀ ਹੋਇਆ ਕਿ ਸੋਚਿਆ ਗਿਆ ਕਿ ਇਹ ਤਾਂ ਹੁਣ ਘਸਿਆਰੇ ਬਣ ਜਾਣਗੇ ਤੇ ਖਤਮ ਹੋ ਜਾਣਗੇ, ਰਾਹ ਲੱਭਣੇ ਸ਼ੁਰੂ ਕਰ ਦਿੱਤੇ। ਜਿੰਨੇ ਉਸ ਵਕਤ ਫਿਰ ਸਾਰੇ ਠੇਕੇਦਾਰ, ਕਾਂਟਰੈਕਟਰ, ਟਰਾਂਸਪੋਰਟੇਸ਼ਨ ਦੇ 'ਚ ਸਾਰੇ ਸਿੱਖ ਹੋਣੇ ਸ਼ੁਰੂ ਹੋ ਗਏ ਉਸੇ ਵਕਤ। ਕਿਉਂਕਿ ਜੇ ਕਰਤਾਰ ਤੇ ਭਰੋਸਾ ਤੇ ਰਿਜ਼ਕ ਵਾਸਤੇ, ਰਿਜ਼ਕ ਆਫਰੀਨ ਹੋਣ ਵਾਸਤੇ ਹਾਲਾਤ ਜਿਹੜੇ ਨੇ ਉਹ ਬਣਦੇ ਲੱਗੇ ਜਾਂਦੇ, ਸਾਜ਼ਗਾਰ ਹੋ ਜਾਂਦੇ ਨੇ। ਇਹ ਬੰਦੇ ਦੇ ਭਰੋਸੇ ਦੀ ਗੱਲ ਹੈ। ਅੱਜ ਦੇ ਮਾਹੌਲ 'ਚ ਵੀ ਆਪਾਂ ਦੇਖੀਏ, ਡਾਇਸਪੋਰਾ ਦੇ 'ਚ ਵੱਡਾ ਹਿੱਸਾ ਜਿਹੜਾ ਆ ਗੁਰੂ ਤੇ ਨਾਮ ਲੈਣ ਵਾਲਿਆਂ ਦੇ ਤੇ ਮੌਜੂਦ ਆ। ਸੋ ਇਹੀ ਸਾਨੂੰ ਇੰਨਾ ਹੀ ਸੋਚ ਲਈਏ ਕਿ ਜੇ ਅਸੀਂ ਉਹਦੇ ਮਤਾਇਤ ਰਹਾਂਗੇ ਤਾਂ ਅਨਾਥ ਨਾ ਹੋਵਾਂਗੇ। ਕਿਉਂ? ਕਿਉਂਕਿ ਉਹ ਤੇ ਆਪਣੇ ਉੱਤੇ ਭਰੋਸਾ ਕਰਨ ਵਾਲਿਆਂ ਦੀ ਬਾਂਹ ਫੜਦਾ ਆ। ਇਹੀ ਸੁਖ ਨਿਧਾਨ ਹੈ। ਇੱਥੇ ਗੁਰੂ ਅਰਜਨ ਸਾਹਿਬ ਨੇ ਕਿਹਾ, ਮੋਹਿ ਅਨਾਥ ਤੁਮਰੀ ਸ਼ਰਨਾਈ, ਕਰ ਕਿਰਪਾ ਹਰ ਚਰਨ ਧਿਆਈ, ਤਰਸ ਕਰ ਤੇਰੇ ਚਰਨਾਂ ਤੋਂ ਬਿਨਾਂ ਕਿਤੇ ਧਿਆਨ ਨਾ ਜਾਵੇ। ਅਗਲਾ ਬਚਨ ਹੈ, ਪ੍ਰਭ ਚਿਤ ਆਵੈ ਤਾਂ ਕੈਸੀ ਪੀੜ। ਹੁਣ ਪਹਿਲਾਂ ਮੈਂ ਐਗਜ਼ਾਮਪਲ ਸੀ ਕਮਿਊਨਿਟੀ ਲੈਵਲ 'ਤੇ ਕੀਤੀਆਂ, ਪਰ ਐਕਚੁਅਲ ਲੈਵਲ 'ਤੇ ਰੱਬ ਜੀ ਤੇ ਸਭ ਦਾ ਸਾਂਝਾ ਆ, ਸਾਰਿਆਂ ਵਾਸਤੇ ਆ। ਇਹ ਜਿਹੜਾ ਬਚਨ ਹੈ, ਪ੍ਰਭ ਚਿੱਤੇ ਆਵੈ ਤਾਂ ਕੈਸੀ ਭੀੜ। ਭੀੜਾ ਬਣਨੀ, ਮੁਸ਼ਕਿਲ ਬਣਨੀ, ਜ਼ਿੰਦਗੀ ਦੇ ਵਿੱਚ ਚੈਲੰਜਸ ਆ ਜਾਣੇ। ਇਹਨੂੰ ਇਸ ਤਰ੍ਹਾਂ ਜਾਣੀਏ, ਚੈਲੰਜਸ ਕਦੀ ਵੀ ਬਾਹਰ ਨਹੀਂ ਆਉਂਦੇ। ਮਦਰ ਨੇਚਰ ਦੇ ਲਾਅ ਦੇ ਵਿੱਚ ਬਣੇ ਹੋਏ ਦਸਤੂਰ ਦੇ ਵਿੱਚ ਹਾਲਾਤ ਇੱਕੋ ਜਿਹੇ ਨਹੀਂ ਰਹਿੰਦੇ। ਈਵਨ ਸਾਡੀ ਫਿਜ਼ੀਕਲ ਹੈਲਥ ਹੀ ਹੈ, ਇੱਕੋ ਜਿਹੀ ਨਹੀਂ ਰਹੇਗੀ। ਸਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਆ, ਐਜ਼ ਏ ਇੰਡੀਵਿਜੂਅਲ, ਐਜ਼ ਏ ਕਮਿਊਨਿਟੀ, ਐਜ਼ ਏ ਨੇਸ਼ਨ, ਇੱਕੋ ਜਿਹੀ ਨਹੀਂ ਰਹੇਗੀ। ਸਥਿਤੀਆਂ ਲਗਾਤਾਰ ਬਦਲਣਗੀਆਂ। ਐਟਲੀਸਟ ਬਾਣੀ ਨੇ ਕਿਹਾ, ਕਾਲ ਦੇ ਜ਼ਾਏ ਨੂੰ ਇੱਕ 3 ਚੀਜ਼ਾਂ ਦੇ ਚੇਤੇ ਰੱਖਣੀ ਚਾਹੀਦੀਆਂ ਨਾ। ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਪੜ੍ਹਦੇ ਹਾਂ, ਬਾਲ, ਜਵਾਨੀ ਔਰ ਬਿਰਧ ਫੁਨ, 3 ਅਵਸਥਾ ਜਾਨ। 3 ਤੇ ਰਹਿਣਗੀਆਂ। ਬਚਪਨ ਆ, ਉਹਦੀ ਇੱਕ ਆਪਣੀ ਲੋੜ ਹੈ। ਬਚਪਨ ਦੇ ਆਪਣੇ ਚੈਲੰਜਸ ਨੇ। ਅਸੀਂ ਤਾਂ ਕਹਿੰਦੇ ਹਾਂ ਬਚਪਨ ਨੂੰ ਬੜਾ ਯਾਦ ਕਰਦੇ ਹਾਂ, ਬਚਪਨ ਬੜਾ ਵਧੀਆ। ਇੱਕ ਬੱਚੇ ਦੇ ਲੈਵਲ 'ਤੇ ਸੋਚ ਕੇ ਦੇਖੋ, ਉਹ ਸਵੇਰੇ ਉੱਠਣਾ ਨਹੀਂ ਚਾਹੁੰਦਾ ਬਿਸਤਰੇ ਦੇ ਵਿੱਚੋਂ, ਕੋਈ ਮਰਜ਼ੀ ਨਹੀਂ ਚੱਲਦੀ, ਉਹਨੂੰ ਕਹਿੰਦੇ ਚੱਲ ਉੱਠ, ਨਿਕਲ ਇੱਥੋਂ। ਹੁਣ ਸਟੱਡੀਜ਼ ਆ ਰਹੀਆਂ ਨੇ, ਜਦੋਂ ਬੱਚੇ ਦੀ ਸ਼ੁਰੂਆਤ ਦੇ ਵਿੱਚ ਸਕੂਲਿੰਗ ਹੁੰਦੀ ਹੈ, ਈਵਨ ਇਸ ਕਲਚਰ 'ਚ ਸਿਖਾਇਆ ਗਿਆ ਬੱਚੇ ਨੂੰ ਇੰਡੀਪੈਂਡੈਂਸ ਦਿਓ, ਤੇ ਬੜੀ ਜਲਦੀ ਉਹਨੂੰ ਕੀ ਕਰੋ ਕਿ ਉਹਨੂੰ ਆਪਣੇ ਕਮਰੇ 'ਚ ਆਪਣੇ ਬੈੱਡ 'ਤੇ ਸੌਣ ਦਿਓ, ਉਹਨੂੰ ਸਵਾ ਦਿਓ ਉੱਥੇ। ਠੀਕ ਹੈ ਜੀ, ਬੱਚੇ ਨੂੰ ਮਾਂ ਬਾਪ ਤੋਂ ਦੂਰ ਕਰਤਾ, ਸਵਾਤਾ। ਤੇ ਉਸ ਤੋਂ ਬਾਅਦ ਇਹ ਕਿਹਾ ਕਿ ਹੁਣ ਬੱਚਾ ਇੰਡੀਪੈਂਡੈਂਟ ਹੋ ਜਾਏਗਾ। ਰੋਏਗਾ 2 ਘੰਟੇ 4 ਘੰਟੇ ਰੋ ਕੇ, 1 ਦਿਨ ਰੋਏਗਾ, 2 ਦਿਨ ਰੋਏਗਾ, 3-4 ਦਿਨਾਂ ਬਾਅਦ ਆਪਣੇ ਆਪ ਆਦਤ ਪੈ ਜਾਏਗੀ ਸੌਣ ਦੀ। ਸੋ ਉਹਦੇ ਕੋਲ ਆਟੋਨਮੀ ਆ ਗਈ। ਇਹਦੀ ਬਾਤ ਕੀਤੀ ਗਈ। ਹਾਲਾਂਕਿ ਸਟੱਡੀਜ਼ ਇਹ ਦੱਸਦੀਆਂ ਨੇ, ਜੇ ਬੱਚੇ ਨੂੰ ਛੋਟੀ ਉਮਰ ਦੇ ਵਿੱਚ ਇਸ ਕਿਸਮ ਦੇ ਨਾਲ ਤੁਸੀਂ ਉਹਦੇ ਨਾਲ ਡਿਟੈਚਮੈਂਟ ਬਣਾਉਣ ਦੀ ਟਰਾਈ ਕਰੋਗੇ, ਪਤਾ ਕੀ ਹੋਏਗਾ? ਉਹਦੇ ਬ੍ਰੇਨ ਵਿੱਚ ਇੱਕ ਖਾਸ ਕਿਸਮ ਦੇ ਕੈਮੀਕਲਸ ਜਿਹੜੇ ਬਣਨੇ ਸ਼ੁਰੂ ਹੋ ਜਾਣਗੇ। ਇਹ ਕੈਮੀਕਲਸ ਉਹ ਨੇ ਜਿਹੜੇ ਲੌਂਗ ਰਨ ਦੇ ਵਿੱਚ ਜਾਂ ਲਾਈਫ ਟਾਈਮ ਦੇ ਵਿੱਚ ਉਹਦੇ 'ਚ ਡਿਪਰੈਸ਼ਨ ਪੈਦਾ ਕਰਨ ਦੀ ਐਬਿਲਿਟੀ ਪੈਦਾ ਕਰ ਦੇਣਗੇ, ਸਮਰੱਥਾ ਹੋ ਜਾਏਗੀ। ਇਹ ਬ੍ਰੇਨ ਸ਼ਾਇਦ ਇਸ ਲੈਵਲ ਤੇ ਆਟੋਮੈਟਿਕਲੀ ਡਿਫਾਲਟ 'ਤੇ ਚਲਾ ਜਾਏਗਾ ਕਿ ਜੇ ਕਿਤੇ ਮਾੜੀ ਜਿਹੀ ਸਿਚੁਏਸ਼ਨ ਹੋਈ ਤੇ ਉਹ ਕੈਮੀਕਲ ਵਧਣਾ ਸ਼ੁਰੂ ਹੋ ਜਾਏਗਾ। ਇਸੇ ਕਰਕੇ ਡਿਪਰੈਸ਼ਨ ਇੰਨਾ ਵਧਿਆ ਇਸੇ ਵੈਸਟਰਨ ਵਰਲਡ ਦੇ ਵਿੱਚ। ਹੁਣ ਸਟੱਡੀਜ਼ ਆ ਰਹੀਆਂ ਨੇ ਇਹਦੇ ਬਾਰੇ। ਇਹਦੇ ਬਾਬਤ ਉਹ ਕਹਿੰਦੇ ਇਹ ਚੀਜ਼ ਨੂੰ ਦੁਬਾਰਾ ਸੋਚਿਆ ਜਾਏ। ਹਾਂ, ਡਿਟੈਚਮੈਂਟ ਬਣਾਓ, ਪਰ ਇੱਕ ਪ੍ਰੋਸੈਸ ਦੇ ਨਾਲ, ਜਿਹਦੇ ਵਿੱਚ ਸਮਝ ਵੀ ਹੋਏ, ਸਨੇਹ ਵੀ ਹੋਏ, ਆਪਣਤ ਵੀ ਹੋਏ, ਜਿਹਦੇ ਅੰਦਰ ਉਹਦਾ ਕੌਨਫੀਡੈਂਸ ਵਿਨ ਕਰਨਾ ਆ। ਉਸ ਤੋਂ ਬਾਅਦ ਇਨ ਬਿਨ ਸਕੂਲਿੰਗ ਦੀ ਗੱਲ ਹੁੰਦੀ। ਹੁਣ ਬੱਚਾ ਆਇਆ, ਬੱਚੇ ਨੂੰ ਤੁਸੀਂ ਸਕੂਲ ਭੇਜ ਰਹੇ ਹੋ, ਉਹਦੇ ਵਾਸਤੇ ਦੁਨੀਆ ਮਰ ਗਈ, ਉਹਦਾ ਘਰ ਖੁੱਸ ਗਿਆ, ਉਹਦਾ ਕੰਫਰਟ ਜ਼ੋਨ ਸਾਰਾ ਚਲਾ ਗਿਆ। ਉਹਦੇ ਰੋਣੇ ਨੂੰ ਉਸ ਵਕਤ ਅਸੀਂ ਕਿਸੇ ਲੈਵਲ ਤੇ ਵੀ ਜਸਟੀਫਾਈ ਨਹੀਂ ਕਰ ਸਕਦੇ। ਉਹਦਾ ਰੋਣਾ ਬਿਲਕੁਲ ਪਿਓਰ ਆ, ਬਿਲਕੁਲ ਸ਼ੁੱਧ ਆ। ਸੋ ਇਹਨਾਂ ਚੀਜ਼ਾਂ ਉੱਤੇ ਅੱਜ ਕਿਹਾ ਗਿਆ, ਹੁਣ ਕਿੰਨਾ ਦੁੱਖ ਆ, ਕਿੰਨਾ ਵੱਡਾ ਚੈਲੰਜ ਆ। ਉਹਨੂੰ ਤਾਂ ਲੱਗੇ ਕਿੰਨੀ ਭੀੜ ਪੈ ਗਈ ਹੈ, ਹੁਣ ਇਸ ਭੀੜ ਤੋਂ ਕਿਵੇਂ ਬਚਿਆ ਜਾਏ। ਇਹਦੇ ਲਈ ਤੇ ਆਪਾਂ ਜੇ ਲਿਟਰਲੀ ਤੌਰ ਤੇ ਦੇਖੀਏ, ਸਾਨੂੰ ਛੋਟੇ ਹੁੰਦਿਆਂ ਕਿਹਾ ਗਿਆ, ਜਦੋਂ ਬੰਦਾ ਬਹੁਤ ਭੀੜ 'ਚ ਹੋਏ ਨਾ, ਉਦੋਂ ਰੱਬ ਦਾ ਨਾਮ ਲੈਣਾ ਚਾਹੀਦਾ, ਉਦੋਂ ਉਹਨੂੰ ਯਾਦ ਕਰਨਾ ਚਾਹੀਦਾ। ਤੇ ਜੇ ਕਿਤੇ ਬੰਦੇ ਨੂੰ ਇਹੋ ਜਿਹੀ ਚੀਜ਼ ਮਿਲ ਜਾਏ, ਹਕੀਕਤ ਇਹ ਹੈ, ਕਹਿੰਦੇ ਨੇ ਉਹਦੀ ਸੁਰਤ ਨੂੰ ਅਲਟੀਮੇਟਲੀ ਇੱਕ ਟਿਕਾਣਾ ਮਿਲ ਜਾਂਦਾ।
ਉਦੋਂ ਆਸਥਾ ਡਿਵੈਲਪ ਹੁੰਦੀ ਹੈ। ਗਿਆਨ ਨਹੀਂ ਹੁੰਦਾ ਹਾਲੇ, ਆਸਥਾ ਹੁੰਦੀ ਹੈ। ਜਿਵੇਂ ਜਿਵੇਂ ਅੱਗੇ ਵੱਧ ਕੇ ਉਸ ਆਸਥਾ ਨੂੰ ਗਿਆਨ ਦੀ ਨਜ਼ਰ ਮਿਲਦੀ ਹੈ, ਫਿਰ ਬੰਦੇ ਨੂੰ ਪਤਾ ਲੱਗਦਾ ਹਾਂ ਉਸ ਮਾਲਕ ਦੀ ਇੱਕ ਬੜੀ ਵੱਡੀ ਕਿਰਪਾ ਹੋਈ ਹੈ ਮੇਰੇ ਉੱਤੇ। ਇੱਕ ਐਗਜ਼ਾਮਪਲ ਹੋਰ ਦੇ ਦੇਣਾ, ਕਿਉਂਕਿ ਇਹ ਚੀਜ਼ਾਂ ਨੂੰ ਰੈਸ਼ਨਲਿਸਟ ਕਰਕੇ ਜ਼ਿਆਦਾ ਮਾਫੀ ਚਾਹਾਂਗਾ, ਕਿਉਂਕਿ ਮੈਂ ਖੁਦ ਐਵੇਂ ਸਮਝਦਾ ਚੀਜ਼ਾਂ ਨੂੰ, ਇਸ ਕਰਕੇ ਐਵੇਂ ਬਿਆਨ ਕਰਦਾ ਹਾਂ। CBC ਦਾ ਮੈਂ ਇੱਕ ਪ੍ਰੋਗਰਾਮ ਸੁਣ ਰਿਹਾ, ਕਾਫੀ ਸਾਲ ਦੀ ਗੱਲ ਹੈ, ਇੱਕ ਐਸਟਰੋਨੌਟ ਦਾ, ਅਤੇ ਉੱਥੇ ਗੱਲ ਹੋ ਰਹੀ, ਐਕਚੁਅਲੀ ਪ੍ਰੋਗਰਾਮ ਸੀਗਾ ਵੀ ਅਸੀਂ ਅਕਸਰ ਯੂਜ਼ ਕਰਦੇ ਹਾਂ ਇੱਕ ਫਰੇਜ਼ ਵੀ ਦਿਸ ਵਰਕ ਇਜ਼ ਈਜ਼ੀ, ਇਟਸ ਨੋਟ ਰੋਕਟ ਸਾਇੰਸ। ਉਹ ਕਹਿੰਦੀ ਵੀ ਰੋਕਟ ਸਾਇੰਸ ਐਸੀ ਕਿਹੜੀ ਗੱਲ ਆ। ਉਹ ਰੋਕਟ ਸਾਇੰਸ ਦੇ ਵਿੱਚ ਉਸ ਵਿੱਚ ਐਜ਼ ਏ ਐਸਟਰੋਨੌਟ ਉਹ ਸਰਵਾਈਵਰ ਸੀਗਾ 2-3 ਵਾਰੀ 2 ਵੱਡੇ ਇਸ਼ੂਜ਼ ਦੇ ਨਾਲ ਡੀਲ ਕਰਦਿਆਂ ਹੋਇਆਂ ਸਪੇਸ ਦੇ ਵਿੱਚ। ਖੈਰ ਉਹਨੇ ਬਹੁਤ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ। ਉਹ ਕਹਿੰਦਾ ਵੀ ਹੋਇਆ ਇਹ ਕਿ ਮੈਂ ਬਾਹਰ ਸਪੇਸ ਸਟੇਸ਼ਨ 'ਤੇ ਹੈਗਾ ਆ, ਹਾਲਾਂਕਿ ਬੜੇ ਇਕਵਿਪਡ ਹੁੰਦੇ ਆ, ਸਾਰਾ ਕੁਝ ਬੜਾ ਪੂਰੀ ਤਿਆਰੀ ਨਾਲ ਹੁੰਦਾ ਆ, ਪੂਰੀ ਪ੍ਰੈਪਰੇਸ਼ਨ ਨਾਲ ਹੁੰਦਾ ਸਭ ਚੀਜ਼ਾਂ। ਪਰ ਹੋਇਆ ਕਿ ਬਾਏ ਚਾਂਸ ਜਦੋਂ ਮੈਂ ਵਰਕ ਕਰ ਰਿਹਾ ਵਾਂ, ਕਿਤੇ ਕਰਦਿਆਂ ਮੇਰੀ ਅੱਖ ਨੂੰ ਕੋਈ ਇਸ਼ੂ ਆਇਆ, ਸ਼ਾਇਦ ਮੇਰਾ ਅੱਖ ਦਾ ਵਾਲ ਅੰਦਰ ਮੁੜ ਗਿਆ, ਕੁਛ ਹੋ ਗਿਆ, ਅਤੇ ਮੈਂ ਬਹੁਤ ਜ਼ਿਆਦਾ ਇਰੀਟੇਟ ਹੋਇਆ। ਅਤੇ ਇਰੀਟੇਸ਼ਨ ਦੇ ਦੌਰਾਨ ਜਦੋਂ ਮੈਂ ਬਹੁਤ ਜ਼ਿਆਦਾ ਕੀਤਾ, ਅਤੇ ਉਹ ਕਹਿੰਦਾ ਉਹ ਕਾਹਲੀ ਦੇ ਵਿੱਚ ਕਿਤੇ ਮੇਰੀ ਜਿਹੜੀ ਆਕਸੀਜਨ ਸੀਗੀ ਉਹ ਆਫ ਹੋ ਗਈ। ਜਿਵੇਂ ਹੀ ਉਹ ਹੋਈ, ਅਤੇ ਇਸ ਤੋਂ ਪਹਿਲਾਂ ਕਿ ਮੇਰੇ ਤੱਕ ਕੋਈ ਹੈਲਪ ਪਹੁੰਚਦੀ, ਸਪੋਰਟ ਪਹੁੰਚਦੀ, ਕੁਛ ਹੁੰਦਾ, ਅਤੇ ਉਹ ਸਾਰੇ ਦੇ ਵਿੱਚ ਮੇਰਾ ਇੱਕਦਮ ਜਿਹੜਾ ਹੈਗਾ ਹਾਵ ਭਾਵ ਬਦਲ ਗਏ ਸਾਰੇ। ਖੈਰ ਮੇਰੇ ਨਾਲ ਦੇ ਸਾਥੀ ਨੇ ਨੋਟ ਕੀਤਾ, ਉਹ ਦੱਸਦਾ ਵੀ ਰੋਕਟ ਸਾਇੰਸ ਕਿਉਂ ਹੈ, ਕਿਉਂਕਿ ਉੱਥੇ ਤੁਹਾਨੂੰ ਜਸਟ ਕੁਝ ਸੈਕਿੰਡ ਦਾ ਹੀ ਮੌਕਾ ਹੁੰਦਾ ਸਰਵਾਈਵ ਕਰਨ ਦਾ, ਅਦਰਵਾਈਜ਼ ਯੂ ਆਰ ਡਨ। ਕਹਿੰਦਾ ਵੀ ਇੱਕਦਮ ਜਦੋਂ ਇਹ ਹਾਲਾਤ ਬਣੇ, ਮੈਂ 2 ਚੀਜ਼ਾਂ ਐਕਸਪੀਰੀਅੰਸ ਕੀਤੀਆਂ। ਇੱਕ ਤਾਂ ਜਿਹੜੀ ਇਹ ਕਿ ਇਹ ਕਿੱਡਾ ਔਖਾ ਕੰਮ ਆ, ਦੂਸਰਾ ਇਹ ਕਿ ਉਸੇ ਵਕਤ ਮੇਰੇ ਜ਼ਹਿਨ 'ਚ ਐਵੇਂ ਆਇਆ ਵੀ ਹੁਣ ਮੈਂ ਮਰ ਜਾਣਾ, ਆਮ ਗੋਨਾ ਡਾਈ। ਅਤੇ ਕਹਿੰਦਾ ਉਸ ਸਮੇਂ ਮੇਰੀ ਦਾਦੀ ਦੀਆਂ ਕਹੀਆਂ ਹੋਈਆਂ ਗੱਲਾਂ ਮੈਨੂੰ ਯਾਦ ਆ ਰਹੀਆਂ, ਜਿਹਦੇ 'ਚ ਕਹਿੰਦੀ ਵੀ ਜਦੋਂ ਬਹੁਤ ਮੁਸ਼ਕਿਲ ਬਣੇ ਉਦੋਂ ਵੀ ਹੈਵ ਟੂ ਪ੍ਰੇ ਟੂਵਰਡ ਗੋਡ। ਕਹਿੰਦਾ ਈਵਨ ਦੋ ਆਈ ਐਮ ਸਟਿਲ ਸੇਇੰਗ, ਆਈ ਐਮ ਕਲੇਮਿੰਗ ਆਈ ਐਮ ਐਥੀਇਸਟ, ਮੈਂ ਕੋਈ ਵਿਸ਼ਵਾਸ ਨਹੀਂ ਕਰਦਾ, ਪਰ ਕਹਿੰਦਾ ਕਿਤੇ ਮਨ ਦੇ ਵਿੱਚ ਬੜੇ ਬਰੀਕ ਲੈਵਲ 'ਤੇ ਇਹ ਵਿਸ਼ਵਾਸ ਕਿਤੇ ਪਿਆ ਸੀਗਾ, ਅਤੇ ਉਦੋਂ ਇੱਕਦਮ ਉਹ ਅਕਰ ਹੋਇਆ, ਇੱਕਦਮ ਉਹ ਬਾਹਰ ਆ ਗਿਆ। ਮੇਰੇ ਅੰਦਰ ਇੱਕਦਮ ਆਇਆ ਵੀ ਰੱਬਾ ਜਿਵੇਂ ਕਹਿੰਦਾ ਬਚਾ ਲਈ, ਇਹ ਬਾਤ ਹੋਈ। ਹੁਣ ਇਹ ਹੈ, ਇਹਨੂੰ ਸਾਹਿਬ ਨੇ ਕਿਹਾ ਚੇਤੇ ਰੱਖ, ਜਾਂ ਕੋ ਮੁਸ਼ਕਿਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਖਲੇ। ਜਦੋਂ ਹਾਲਤ ਬਣੇ ਚਿਤ ਆਵੇ ਉਸ ਪਾਰ ਬ੍ਰਹਮ, ਇਹਦੀ ਬਾਤ ਕੀਤੀ ਗਈ। ਇੱਥੇ ਕਿਹਾ ਸਾਹਿਬ ਕਹਿੰਦੇ ਕਿ ਪ੍ਰਭ ਚਿਤ ਆਵੇ ਤਾਂ ਕੈਸੀ ਭੀੜ, ਜੋ ਸੁਰਤ 'ਚ ਬੈਠਾ ਆ, ਤੇ ਫਿਰ ਬੰਦੇ ਸ਼ਾਇਦ ਤੈਨੂੰ ਭੀੜ ਵੀ ਭੀੜ ਨਹੀਂ ਲੱਗੇਗੀ, ਤੈਨੂੰ ਮੁਸ਼ਕਿਲ ਵੀ ਮੁਸ਼ਕਿਲ ਨਹੀਂ ਲੱਗੇਗੀ। ਇਸ ਕਿਸਮ ਦੇ ਬਚਨਾਂ ਦੀ ਵਿਵੇਚਨਾ ਅਸੀਂ ਵੇਖਾਂਗੇ ਉਹਦੇ ਸਮੇਂ ਦੇ ਵਿੱਚ, ਜਿਵੇਂ ਵਕਤ ਅਲਾਓ ਕਰੇਗਾ। ਅੱਜ ਲਈ ਸਮਾਂ ਸਮਾਪਤ ਆ, ਵੀਰ ਜੀ ਆ ਗਏ ਨੇ, ਅਗਲਾ ਸਮਾਂ ਸਿਮਰਨ ਨੂੰ ਡੈਡੀਕੇਟ ਕੀਤਾ ਗਿਆ, ਸੋ ਆਪ ਜੀ ਦੀ ਸੇਵਾ ਸਿਮਰਨ ਦੇ ਤੌਰ 'ਤੇ ਕਰਨਗੇ। ਮੈਨੂੰ ਇੱਥੇ ਇਜਾਜ਼ਤ ਦੇਣੀ, ਆਪ ਪਾਰਟੀਸਪੇਟ ਕਰੋ, ਆਵਾਜ਼ ਦੇ ਕੇ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।